ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਫੋਕਸ ਦੇ ਵਿੱਚ ਸਵਾਗਤ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਦੇਸ਼ ਵਿਦੇਸ਼ ਦੀਆਂ ਖਬਰਾਂ, ਘਟਨਾਵਾਂ ਤੇ ਹਾਦਸਿਆਂ ਨੂੰ ਸੰਕਲਿਤ ਕਰਦੇ ਹਾਂ। ਤੇ ਅੱਜ ਮੇਰੇ ਨਾਲ ਸੰਜੀਵ ਖੰਨਾ ਜੀ ਨੇ। ਤੇ ਖੰਨਾ ਜੀ, ਉਹ ਮਸਲਾ ਲਓ ਜਿਹੜਾ ਬਿਲਕੁਲ ਗਰਮ ਹੈ ਔਰ ਉਹਦੇ ਵਿੱਚ ਅੰਤਰਰਾਸ਼ਟਰੀ ਤੌਰ ਤੇ ਸਾਰੇ ਦਰਸ਼ਕਾਂ ਦੀ ਨਜ਼ਰ ਹੈ। ਅਮਰੀਕਾ ਦੇ ਵਿੱਚ ਨਾ ਜੋ ਡੋਨਲਡ ਟਰੰਪ ਨੇ ਜੀ, ਉਹ ਇੱਕ ਅਜਿਹਾ ਕਿਰਦਾਰ ਨੇ ਕਿ ਸਭ ਦਾ ਧਿਆਨ ਉਹਨਾਂ ਵੱਲ ਜਾਂਦਾ ਹੈ। ਜਦੋਂ ਰਾਸ਼ਟਰਪਤੀ ਬਣੇ ਉਸ ਤੋਂ ਬਾਅਦ ਫਿਰ ਸੈਕਿੰਡ ਟਰਮ ਵਾਸਤੇ ਉਹਨਾਂ ਨੇ ਇਲੈਕਸ਼ਨਸ ਲੜੀਆਂ, ਦੂਸਰੀ ਵਾਰ ਵੀ ਰਾਸ਼ਟਰਪਤੀ ਬਣਨਾ ਚਾਹੁੰਦੇ ਸੀ ਔਰ ਜਦੋਂ ਇਲੈਕਸ਼ਨਸ ਦਾ ਰਿਜ਼ਲਟ ਵੀ ਆ ਗਿਆ ਫਿਰ ਵੀ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ। ਕੋਰਟ ਦੀ ਗੱਲ ਵੀ ਹੋਈ, तमाम ਗੱਲਾਂ ਦੇ ਬਾਵਜੂਦ ਹੁਣ ਦੁਬਾਰਾ ਤੋਂ ਫਿਰ ਤੋਂ ਟਰਾਈ ਕਰਨਾ ਚਾਹੁੰਦੇ ਨੇ। ਪਰ ਇੱਕ ਪੁਰਾਣਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਕਿਸੇ ਸਟਾਰ ਨਾਲ, ਜੋ ਪੌਰਨ ਸਟਾਰ ਹੈ, ਉਹਨਾਂ ਨਾਲ ਉਹਨਾਂ ਦੇ ਰਿਲੇਸ਼ਨਸ ਨੇ ਔਰ ਇਲੈਕਸ਼ਨ ਦੇ ਦੌਰਾਨ ਕਿਹਾ ਜਾਂਦਾ ਹੈ ਕਿ ਪੈਸੇ ਦੇ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਚੁੱਪ ਰਹੋ, ਤੁਸੀਂ ਇਹ ਗੱਲ ਆਊਟ ਨਾ ਕਰੋ। ਹੁਣ ਉਹ ਗੱਲ ਬਾਹਰ ਆਉਣ ਲੱਗ ਪਈ ਹੈ। ਹੁਣ ਮੇਨ ਮੁੱਦਾ ਇਹ ਹੈ ਕਿ ਇਹ ਪੈਸਾ ਆਇਆ ਕਿੱਥੋਂ। ਕੋਈ ਕਹਿੰਦਾ ਹੈ ਕਿ ਇਹਨਾਂ ਦਾ ਪ੍ਰਾਈਵੇਟ ਫੰਡ ਤੋਂ ਦਿੱਤਾ ਹੈ, ਕੋਈ ਕਹਿੰਦਾ ਨਹੀਂ ਇਲੈਕਸ਼ਨ ਫੰਡ ਤੋਂ ਦਿੱਤਾ ਹੈ। ਇਹ ਸਾਰਾ ਮੈਟਰ ਹੈ। ਪਰ ਜੇ ਇਹ ਕੋਰਟ ਦੇ ਵਿੱਚ ਕੇਸ ਗਿਆ, ਕਿਉਂਕਿ ਮੁਕੱਦਮਾ ਦਾਇਰ ਹੋ ਚੁੱਕਾ ਹੈ, ਤੇ ਜੇ ਇਹਨਾਂ ਨੂੰ ਕਿਤੇ ਸਜ਼ਾ ਹੁੰਦੀ ਹੈ ਤਾਂ ਉਹ ਇੱਕ ਵੱਖਰਾ ਮੁੱਦਾ ਬਣੇਗਾ। ਪਰ ਕਿਹਾ ਇਹ ਵੀ ਜਾਂਦਾ ਕਿ ਤਾਂ ਵੀ ਇਹ ਇਲੈਕਸ਼ਨਸ ਜ਼ਰੂਰ ਲੜ ਸਕਦੇ ਨੇ, ਪਰ ਕੀ ਰਿਜ਼ਲਟ ਬਣੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ। ਜੀ ਹਾਂ, ਜਿਹੜਾ ਡੋਨਲਡ ਟਰੰਪ ਦੇ ਇਹ ਜਿਹੜਾ ਮੁਕੱਦਮਾ ਦਾਇਰ ਹੋਇਆ ਉਹਦੇ 'ਤੇ ਮੇਰਾ ਖਿਆਲ ਹੈ ਕਿ ਸਾਰੇ ਵਿਸ਼ਵ ਵਿੱਚ ਹੀ ਸਾਡੇ ਦਰਸ਼ਕ ਵੀ ਜਾਣਦੇ ਨੇ ਔਰ ਸਾਰੇ ਲੋਕਾਂ ਨੂੰ ਇਹਦਾ ਪਤਾ ਲੱਗ ਚੁੱਕਾ। ਇਸ ਕਰਕੇ ਕਿ ਇਹ ਜਿਹੜੇ ਪੋਰਨ ਸਟਾਰ ਨੇ ਉਹਨਾਂ ਦੇ ਲਈ ਜੋ ਕੁਛ ਇਹਨਾਂ ਨੇ ਪੈਸਾ ਉਹਨਾਂ ਨੂੰ ਦਿੱਤਾ ਚੁੱਪ ਰਹਿਣ ਲਈ, ਉਹ 1,30 ਕਰੋੜ ਦੇ ਕਰੀਬ ਜਿਹੜਾ ਪੈਸਾ ਸੀਗਾ ਉਹ ਇਹਨਾਂ ਨੇ ਡਾਲਰ ਦੇ ਰੂਪ ਵਿੱਚ ਦਿੱਤਾ। ਤੇ ਉਹ ਉਹਨਾਂ ਨੂੰ ਕਿਹਾ ਕਿ ਇਹ ਵੀ ਦੱਸਿਆ ਗਿਆ ਕਿ ਉਹਨਾਂ ਨੇ ਕਿਹਾ ਕਿ ਇਹਨੂੰ ਕਹਿ ਦਿਓ ਕਿ ਇਲੈਕਸ਼ਨ ਫੰਡ ਆ, ਜਾਂ ਇਹਨੂੰ ਕਹਿ ਦਿਓ ਕਿ ਅਸੀਂ ਵਿਕਾਸ ਦੀ ਯੋਜਨਾ ਲਈ ਪੈਸਾ ਦਿੱਤਾ। ਔਰ ਉਹਦੇ 'ਤੇ ਲੋਕਾਂ ਦੀ ਨਜ਼ਰ ਸੀ, ਜਿਹੜਾ ਮੀਡੀਆ ਸੀ ਉਹਨੇ ਇਹਨੂੰ ਲੋਕਾਂ ਦੇ ਸਾਹਮਣੇ ਲੈਣ ਦਾ, ਔਰ ਜਨਤਾ ਨੂੰ ਪਤਾ ਲੱਗ ਗਿਆ ਕਿ ਕੀ ਕੁਛ ਸੀਗਾ। ਔਰ ਇਸ ਵੇਲੇ ਇਹ ਮੁੱਦਾ ਬਿਲਕੁਲ ਅਰਸ਼ਾਂ 'ਤੇ ਪਹੁੰਚ ਗਿਆ। ਦੂਜੀ ਗੱਲ ਹੈਗੀ ਕਿ ਇਲੈਕਸ਼ਨ ਆ ਰਹੀ ਹੈ। ਜਿਸ ਤਰ੍ਹਾਂ ਇੰਡੀਆ ਦੀ 2026 ਦੇ ਵਿੱਚ ਇਲੈਕਸ਼ਨ ਦੇ ਵਿੱਚ ਆਗਾਮੀ ਇਲੈਕਸ਼ਨ ਆ, ਅਮਰੀਕਾ 'ਚ ਵੀ ਹੈ। ਔਰ ਇਹ ਹੈੱਡ ਨੇ ਰਿਪਬਲਿਕਨ ਪਾਰਟੀ ਦੇ, ਔਰ ਦੋ ਪਾਰਟੀਆਂ ਹੈਗੀਆਂ ਉੱਥੇ, ਤੇ ਡੈਮੋਕ੍ਰੇਟਿਕ ਪਾਰਟੀ ਦੂਸਰੀ ਪਾਰਟੀ ਆ, ਉਸ ਵੇਲੇ ਰੂਲ ਕਰ ਰਹੀ ਹੈ, ਇਹਨਾਂ ਦੀ ਰਿਪਬਲਿਕਨ ਪਾਰਟੀ ਆ। ਔਰ ਜਦੋਂ ਤੱਕ ਇਹ ਪ੍ਰੈਜ਼ੀਡੈਂਟ ਆਫ ਅਮਰੀਕਾ ਰਹੇ ਵੀ ਆ, ਉਦੋਂ ਵੀ ਕੰਟਰੋਵਰਸੀ ਰਹੀ ਹੈ, ਉਦੋਂ ਵੀ ਪੱਤਰਕਾਰ ਔਰ ਉਦੋਂ ਵੀ ਮੀਡੀਆ ਇਹਨਾਂ ਦੇ ਪਿੱਛੇ ਲੱਗਾ ਰਿਹਾ। ਔਰ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਡਾਕੂਮੈਂਟਸ ਜਿਹੜੇ ਆ ਉਹ ਡਿਸਟਰੋਏ ਵੀ ਕਰ ਦਿੱਤੇ, ਜਿਹਦੇ ਵਿੱਚ ਉਹ ਕਈ ਨਿਊਜ਼ ਆਈਆਂ ਵੀ ਕਿ ਉਹ ਅਜੇ ਤੱਕ ਨਾ ਤਾਂ ਲੱਭੇ ਆ ਤਾਂ ਨਾ ਉਹਨਾਂ ਦਾ ਕੋਈ ਥਹੁ ਪਤਾ ਲੱਗਾ। ਇਸੇ ਕਰਕੇ ਹੁਣ ਆ ਜਿਹੜਾ ਮੁੱਦਾ ਵਾ ਇਹਦੇ ਵਿੱਚ ਵੀ ਜਾਂ ਤਾਂ ਇਹਨਾਂ 'ਤੇ ਜੇ ਇਹ ਸਾਹਮਣੇ ਆ ਗਿਆ, ਇੱਕ ਦੋ ਦਿਨਾਂ ਦੇ ਵਿੱਚ ਜੁਡੀਸ਼ਰੀ ਕੋਲ ਸੁਣਵਾਈ ਆ, ਜੇ ਸਾਹਮਣੇ ਆ ਗਿਆ ਤਾਂ ਇਹਨਾਂ ਦੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਬਹੁਤ ਮਾੜਾ ਪ੍ਰਭਾਵ ਪਵੇਗਾ ਇਹਨਾਂ ਦੇ ਪੂਰੇ ਜੀਵਨ 'ਤੇ। ਤੇ ਜੇ ਇਹ ਕਿਸੇ ਤਰੀਕੇ ਨਾਲ ਬਚਾਓ ਕਰਕੇ, ਇਹਨਾਂ ਦੇ ਵਕੀਲ ਲੱਗੇ ਪਏ ਨੇ, ਇਹਨਾਂ ਦੇ ਆਪਣੇ ਜਿਹੜੇ ਪੈਰੋਕਾਰ ਨੇ ਉਹ ਸਾਰਾ ਕੁਝ ਇਹਨਾਂ ਦੇ ਨਾਲ ਤਾਣਾ ਬਾਣਾ ਬੁਣ ਰਹੇ ਆ। ਤੇ ਦੇਖੋ ਹੁਣ ਇਹਦੇ ਵਿੱਚ ਜਿਹੜੀ ਬਾਈਡਨ ਸਰਕਾਰ ਆ ਉਹ ਵੀ ਇਸ ਵੇਲੇ ਬੜੇ ਤਿੱਖੇ ਰੁਖ ਦੇ ਵਿੱਚ ਆ। ਉਹਨਾਂ ਦੀ ਵੀ ਟੇਢੀ ਨਜ਼ਰ ਇਹਨਾਂ ਦੇ ਉੱਤੇ ਕਿ ਕੀ ਕੁਝ ਕਰ ਰਹੇ ਆ। ਔਰ ਇਹ ਤੋਂ ਪਹਿਲਾਂ 2016 ਦੇ ਵਿੱਚ ਵੀ ਇਹਨਾਂ 'ਤੇ ਕਈ ਬਲੇਮ ਲੱਗੇ ਸੀਗੇ। ਇਹਨਾਂ ਨੇ ਕਈ ਤਰ੍ਹਾਂ ਦੇ ਉਹਨਾਂ 'ਤੇ ਹਮਲੇ ਵੀ ਕਰਵਾਏ, ਤੋੜ ਭੰਨ ਵੀ ਕੀਤੀ, ਕਈ ਕੁਛ ਹੋਇਆ। ਔਰ ਇਹ ਦੋ ਪਾਰਟੀਆਂ ਦੀ ਆਪਸ ਵਿੱਚ ਖਹਿ ਬਾਜੀ ਲੱਗੀ ਰਹੀ ਆ, ਅੱਜ ਤੋਂ ਨਹੀਂ, ਬਹੁਤ ਪੁਰਾਣੇ ਸਮੇਂ ਤੋਂ। ਔਰ ਇਹਦੇ ਤੋਂ ਬਾਅਦ ਪਹਿਲੇ ਵੀ ਜਿਹੜੇ ਕੁਝ ਪ੍ਰੈਜ਼ੀਡੈਂਟ ਰਹੇ ਉਹਨਾਂ 'ਤੇ ਵੀ ਕੁਛ ਰਿਹਾ ਹੈਗਾ। ਤਾਂ ਉਹ ਤਾਂ ਗਏ ਬਾਅਦ 'ਚ। ਉਹਨਾਂ ਤੋਂ ਬਾਅਦ ਹੁਣ ਜਿਹੜੇ ਐਟ ਪ੍ਰੈਜ਼ੈਂਟ ਜਿਹੜੇ ਹੁਣ ਰੀਸੈਂਟਲੀ ਇਹ ਮੁੱਦਾ ਆ ਗਿਆ ਸਰਕਾਰ ਦੇ ਹੱਥ, ਜੁਡੀਸ਼ਰੀ ਦੇ ਹੱਥ, ਔਰ ਖੁਦ ਇਹ ਆਪ ਪ੍ਰੈਜ਼ੀਡੈਂਟ ਰਹੇ ਆ USA ਦੇ। ਅਤੇ ਹੁਣ ਇਹ ਫਿਰ ਬਣਨਾ ਚਾਹ ਰਹੇ ਆ, ਕਿਉਂਕਿ ਇਹਨਾਂ ਨੇ ਕਈ ਜਗ੍ਹਾ ਤੋਂ ਹਾਰ ਵੀ ਖਾਧੀ ਹੈ, ਕਈ ਸੂਬਿਆਂ 'ਚ ਇਹਨਾਂ ਨੇ ਜਿੱਤ ਵੀ ਲਈ ਹੈ। ਔਰ ਬਰਾਬਰ ਦੇ ਟੱਕਰਬਾਜ਼ੀ ਇਹਨਾਂ ਦੀ ਚੱਲਦੀ ਹੈ ਉੱਥੇ ਉਸੇ ਤਰ੍ਹਾਂ ਹੀ। ਔਰ ਉਹਨਾਂ ਦੀ ਜਿਹੜੀ ਮੇਨ ਪਾਰਟੀ ਹੈ ਰਿਪਬਲਿਕਨ ਪਾਰਟੀ, ਉਹਨਾਂ ਕੋਲ ਤਾਂ ਇਸ ਵੇਲੇ ਸਾਰੀ ਮਸ਼ੀਨਰੀ ਸਰਕਾਰ ਦੀ ਉਹਨਾਂ ਦੇ ਹੱਥ ਵਿੱਚ ਹੈ। ਔਰ ਇਹਨਾਂ ਕੋਲ ਵੀ ਬੜਾ ਪੈਸਾ, ਇਹਨਾਂ ਕੋਲ ਜਿੰਨਾ ਪੈਸਾ ਬਹਾ ਦਿੰਦੇ ਆ। ਇਲੈਕਸ਼ਨ ਆ ਗਈ ਆ, ਉੱਧਰ ਵੀ ਪੈਸਾ ਚੱਲਦਾ, ਉੱਧਰ ਵੀ ਡਾਲਰਬਾਜ਼ੀ ਚੱਲਦੀ ਹੈ। ਜੋ ਆਪਾਂ ਆਪਣੀ ਕੰਟਰੀ ਚੱਲ ਕੇ ਜਾਂ ਇਹ 'ਚ MP ਮੁੱਲ ਲੈ ਜਾਂਦੇ ਆ, ਮੰਤਰੀਆਂ ਨੂੰ ਪੈਸਾ ਚੜ੍ਹ ਜਾਂਦਾ ਵਾ ਜਿਹਦੇ ਵਿੱਚ। ਅਤੇ ਸਿਖਰਾਂ 'ਤੇ ਬੈਠੀ ਜਿਹੜੀ ਪਾਰਟੀ ਉਹਨਾਂ ਦੇ ਵਿੱਚ ਵੀ ਕਈ ਵਾਰੀ ਤੋੜ ਭੰਨ ਹੁੰਦੀ ਹੈ। ਇਹ ਇਸ ਵੇਲੇ ਮੁੱਦਾ ਇੰਨਾ ਗਰਮ ਆ ਔਰ ਇਹਦੇ ਵਿੱਚ ਇੰਨੀ ਤਪਸ਼ ਆ ਰਹੀ ਹੈ ਕਿ ਲੋਕਾਂ ਨੂੰ ਕਿ ਬਣੇਗਾ ਕੀ ਟਰੰਪ ਦਾ,
ਕਿ ਟਰੰਪ ਨੇ ਜੋ ਕੁਝ ਹੁਣ ਤੱਕ ਕੀਤਾ ਵਾ ਰਿਹਾ ਤਾਂ ਸਾਰੇ ਆਲੋਚਨਾ ਦੇ ਪੱਧਰ 'ਤੇ ਹੀ ਆ। ਆਲੋਚਨਾ ਰੱਜ ਕੇ ਹੋਈ ਆ, ਜਿੰਨਾ ਕ੍ਰਿਟਿਸਿਜ਼ਮ ਹੋਇਆ ਉਹਨਾਂ ਹੀ ਅੱਗੇ ਨੂੰ ਜਾ ਰਿਹਾ ਇਹਦੇ ਵਿੱਚ, ਕਿਉਂਕਿ ਪਾਰਟੀ ਤੋਂ ਪਾਰਟੀ ਜਿਹੜੀ ਆ ਉਹ ਕਿਤੋਂ ਬਾਤ ਕਰਦੀ ਬਹੁਤ ਕੁਛ। ਇਹਨਾਂ ਕੋ ਵੀ ਬੜੀ ਵੱਡੀ ਲੌਬੀ ਆ USA ਦੇ ਵਿੱਚ, ਜਿਹਦੇ ਵਿੱਚ ਇਹਨਾਂ ਦੇ ਲੋਕ ਬੈਠੇ ਨੇ ਔਰ ਬਹੁਤ ਮਤ ਲੈਂਦੇ ਰਹੇ ਆ। ਔਰ ਆਉਣ ਵਾਲੇ ਸਮੇਂ 'ਚ ਵੇਖੋ ਕੀ ਆ, ਸਭ ਤੋਂ ਸ਼ਾਂਤੀ ਵਾਲਾ ਸਮਾਂ ਜਿਹੜਾ ਸੀ ਬਰਾਕ ਓਬਾਮਾ ਦਾ ਸੀ। 2 ਟਰਮਜ਼ ਉਹਨਾਂ ਨੇ ਲਈਆਂ, ਉਦੋਂ ਬਾਅਦ ਉਹ ਇਹਨੂੰ ਅਲਵਿਦਾ ਕਹਿ ਗਏ ਔਰ ਸਿਆਸਤ 'ਚੋਂ ਪਾਸੇ ਹਟ ਗਏ। ਪਰ ਇਹ ਅਜੇ ਤੱਕ ਉਸੇ ਤਰ੍ਹਾਂ ਖਹਿਬਾਜ਼ੀ ਦੇ ਵਿੱਚ ਰਹਿੰਦੇ ਆ, ਕਿਉਂਕਿ ਪਾਰਟੀ ਇਹਨਾਂ ਦੀ ਵੀ ਉਹਨਾਂ ਦੀ ਮੇਜਰ ਪਾਰਟੀ ਆ ਔਰ ਉਹਨਾਂ ਨੂੰ ਰੋਕਣ ਲਈ ਔਰ ਉਹਨਾਂ ਨੂੰ ਅੱਗੇ ਨਾ ਚੱਲਣ ਲਈ 2 ਕਦਮ ਵੀ ਨਹੀਂ ਉਹਨਾਂ ਨੂੰ ਚੱਲਣ ਦਿੰਦੇ, ਪਰ ਉਹ ਇਹਨਾਂ 'ਤੇ ਵੀ ਨਜ਼ਰ ਰੱਖਦੇ ਆ। ਹੁਣ ਆਹ ਜਿਹੜੀ ਦੇਖੋ ਕਿੱਥੋਂ ਕਿਸ ਤਰ੍ਹਾਂ ਫੜਿਆ, ਕੀ ਕੁਝ ਕੀਤਾ ਔਰ ਉਹਨਾਂ ਕੋਲ ਇਹਦੇ ਸਬੂਤ ਆ। ਹੁਣ ਜੇ ਸਬੂਤ ਅਪਰੂਵ ਹੋ ਗਏ, ਪਾਸ ਹੋ ਗਏ, ਜਾਂ ਉਹ ਲੋਕਾਂ ਦੀ ਨਜ਼ਰ 'ਚ ਆ ਗਏ, ਜਾਂ ਵਕੀਲਾਂ ਨੇ ਲਿਆ ਕੇ ਅੱਗੇ ਰੱਖ ਦਿੱਤੇ, ਤੇ ਹੋ ਸਕਦਾ ਇਹਨਾਂ ਨੂੰ ਇਹਦਾ ਕੁਛ ਨਾ ਕੁਛ ਗਲਤ ਭੁਗਤਾਓ ਹੋਊਗਾ, ਕਿਉਂਕਿ ਇਲੈਕਸ਼ਨ ਸਿਰ 'ਤੇ ਆ ਔਰ ਜਿਹੜੇ ਵੀ ਇਲੈਕਸ਼ਨ ਵੋਟਰ ਨੇ ਉਹਨਾਂ ਦੇ ਮਨ 'ਚ ਆ ਜਾਣਾ ਕਿ ਇਹਨਾਂ ਨੇ ਆਹ ਕੰਮ ਕੀਤਾ, ਤੇ ਜੇ ਪ੍ਰੈਜ਼ੀਡੈਂਟ ਬਣ ਗਏ ਤਾਂ ਉਹ ਤੋਂ ਬਾਅਦ ਕੀ ਕਰਨਗੇ। ਔਰ ਪਿਛਲੇ ਦਹਾਕੇ ਦੇ ਵਿੱਚ ਜੋ ਕੁਛ ਇਹਨਾਂ ਨੇ ਕੀਤਾ, ਜਦੋਂ ਐਜ਼ ਪ੍ਰੈਜ਼ੀਡੈਂਟ ਆਫ USA ਸੀਗੇ, ਉਦੋਂ ਵੀ ਇਹਨਾਂ ਨੇ ਬੜੀਆਂ, ਜਿਹਨੂੰ ਪੰਜਾਬੀ 'ਚ ਕਹਿੰਦੇ ਚੰਮ ਦੀਆਂ ਚਲਾਈਆਂ, ਬਹੁਤ ਕੁਝ ਕੀਤਾ ਇਹਨਾਂ ਨੇ, ਮਨਮਰਜ਼ੀ ਕੀਤੀ, ਅਰਾਜਕਤਾ ਫੈਲਾਈ, ਡਿਕਟੇਟਰਸ਼ਿਪ ਕੀਤੀ, ਬਹੁਤ ਕੁਝ ਕੀਤਾ। ਲੋਕ ਉਦੋਂ ਤੰਗ ਵੀ ਰਹੇ, ਪਰ ਐਤਕੀ ਫਿਰ ਇਹਨਾਂ ਨੇ ਮੜਾਸਾ ਕਰ ਲਿਆ, ਫਿਰ ਇਲੈਕਸ਼ਨ ਦਾ ਜਿਹੜਾ ਐਜ਼ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਲੜਨ ਲਈ। ਹੁਣ ਦੇਖੋ ਜਿੱਤਦੇ ਜਾਂ ਹਾਰਦੇ ਆ, ਪਰ ਸਭ ਤੋਂ ਪਹਿਲਾਂ ਆਹ ਜਿਹੜਾ ਇਹਨਾਂ 'ਤੇ ਲੱਗ ਗਿਆ ਦੋਸ਼, ਇਹਦਾ ਹੁਣ ਇਹਨਾਂ ਨੂੰ ਗਵਾਹੀਆਂ ਦੇਣੀਆਂ ਪੈਣਗੀਆਂ। ਇਹਦੇ ਵਿੱਚ ਇਹਨਾਂ ਨੂੰ ਆਪਣਾ ਸਾਰਾ ਕੁਝ ਪੱਖ ਸਾਹਮਣੇ ਰੱਖਣਾ ਪੈਣਾ ਵਾ। ਹੁਣ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਕੇ ਆਊਗਾ ਕਿ ਕੀ ਕੁਛ ਕਰ ਰਹੇ ਨੇ ਔਰ ਅੱਗੇ ਕੀ ਕਰਨਾ ਹੈਗਾ, ਕਿਉਂਕਿ ਉੱਥੇ ਦੀ ਜਿਹੜੀ ਸਿਆਸਤ ਆ ਉਹ ਬੜੀ ਕਲੀਅਰ ਆ। ਉਹਨਾਂ ਦੇ ਵਿੱਚ ਪਤਾ ਲੱਗ ਜਾਂਦਾ ਕੀ ਕੁਛ ਹੋਣਾ ਵਾ, ਤਾਂ ਲੋਕ ਇੱਕ ਪਾਸੇ ਹੋ ਜਾਂਦੇ ਆ, ਕਿਉਂਕਿ ਉਹ ਯੂਨਾਈਟ ਹੋ ਜਾਂਦੇ ਆ। ਸਾਡੇ 'ਚ ਖਲਾਰਾ ਪੈ ਜਾਂਦਾ, ਸਾਡੇ ਗਵਾਹ ਵੀ ਮੁੱਕਰ ਜਾਂਦੇ ਆ, ਸਾਡੇ 'ਤੇ ਭੁਗਤਣ ਆਏ ਵੀ ਉੜ ਜਾਂਦੇ ਆ, ਕਤਲ ਕਰਕੇ ਵੀ ਲੋਕ ਜਿਹੜੇ ਆ ਉਹ ਵਾਪਸ ਆ ਜਾਂਦੇ ਆ। ਉਹਨਾਂ ਨੂੰ ਕੁਛ ਜੁਡੀਸ਼ਰੀ ਨਹੀਂ ਕਹਿ ਸਕਦੀ, ਕਿਉਂਕਿ ਉਹ ਟਰਮ ਦੇ ਵਿੱਚੋਂ ਨਿਕਲ ਜਾਂਦੇ ਆ। ਜੋ ਦੋਸ਼ ਉਹਨਾਂ 'ਤੇ ਮੜਿਆ ਹੁੰਦਾ, ਉਹਨਾਂ ਧਾਰਾ ਨੂੰ ਸਾਰਿਆਂ ਨੂੰ ਉਹ ਇੱਧਰ ਉੱਧਰ ਕਰ ਦਿੰਦੇ ਆ। ਔਰ ਉਹ ਹੁਣ ਇਸ ਕੰਟਰੀ ਜਿਹੜੀ ਸੁਪਰ ਕੰਟਰੀ ਆ ਖੰਨਾ ਜੀ, ਤੁਸੀਂ ਵੈਸੇ ਮੁੱਦਾ ਜਿਹੜਾ ਕੱਢਿਆ ਚੰਗਾ ਕੱਢਿਆ। ਮੈਂ ਉਹੀ ਕਿਹਾ ਸੀ ਕਿ ਜਿਹੜੇ ਤੇ ਸਾਡੇ ਵਿਸ਼ਵ ਦੇ ਲੋਕਾਂ ਦੀ, ਸਾਡੇ ਪ੍ਰਵਾਸੀ ਭਾਰਤੀਆਂ ਦੀ ਨਜ਼ਰ ਹੈ, ਕਿਉਂਕਿ ਟੇਢਾ ਮਸਲਾ ਹੈਗਾ ਹੈ ਨਾ। ਉਸ ਟੇਢੇ ਮਸਲੇ ਨੂੰ ਜਿਹੜਾ ਹੁਣ ਦੇਖੋ ਸਿੱਧਾ ਕਿਸ ਤਰ੍ਹਾਂ ਕਰਨਾਗਾ ਬਾਈਡਨ ਸਰਕਾਰ ਨੇ। ਐਕਚੁਅਲੀ ਇਹਨਾਂ ਦੇ ਸਮਰਥਕਾਂ ਨੇ ਇੱਕ ਹਮਲਾ ਵੀ ਕੀਤਾ ਸੀ ਸਰਕਾਰੀ ਇਮਾਰਤ ਦੇ ਉੱਤੇ, ਉਹ ਵੀ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਜੀ। ਸੋ ਕੁੱਲ ਮਿਲਾ ਕੇ ਇੱਕ ਮਤਲਬ ਲੋਕ ਇਹ ਸੋਚਦੇ ਪਏ ਨੇ ਕਿ ਕੁਝ ਚੀਜ਼ਾਂ ਅਜਿਹੀਆਂ ਨੇ ਕਿ ਜਿਹੜੀਆਂ ਇੱਕ ਪ੍ਰੈਜ਼ੀਡੈਂਟ ਦੇ ਰੁਤਬੇ ਦੇ ਬੈਠਣ ਵਾਲੇ ਇਨਸਾਨ ਨੂੰ ਜਚਦੀਆਂ ਨਹੀਂ, ਨਾ ਸ਼ੋਭਾ ਨਹੀਂ ਦਿੰਦੀਆਂ, ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ। ਇਹ ਨਹੀਂ ਹੋਣਾ ਚਾਹੀਦਾ, ਪਰ ਇਹ ਹੋ ਰਿਹਾ ਤੇ ਫਿਰ ਕਾਨੂੰਨ ਆਪਣਾ ਕੰਮ ਜ਼ਰੂਰ ਕਰਦਾ। ਬਿਲਕੁਲ। ਸੋ ਇਹ ਦੇਖੋ ਇਹਦਾ ਕੀ ਬਣਦਾ। ਪਰ ਲੱਗਦਾ ਇਹ ਹੈ ਕਿ ਸਭ ਕੁਝ ਜਿੱਦਾਂ ਹੈ ਨਾ, ਟਰੰਪ ਸਾਹਿਬ ਦੇ ਉੱਤੇ ਪ੍ਰੈਸ਼ਰ ਪਾ ਰਿਹਾ ਔਰ ਟਾਈਟ ਹੋ ਰਿਹਾ ਹੈ ਉਹਨਾਂ ਵੱਲੋਂ ਸਾਰਾ ਸ਼ਿਕੰਜਾ ਕਾਨੂੰਨ ਦਾ। ਮਾਮਲਾ ਸੰਗੀਨ ਆ, ਇਹਦੇ ਵਿੱਚ ਸਿਆਸਤ ਨਾਲ ਪੱਕੀ ਹੈ ਔਰ ਇੱਕ ਆਪਣੇ ਆਪ ਨੂੰ ਇਹ ਦੂਸਰੀ ਵਾਰ ਵੀ ਡਿਜ਼ਰਵਿੰਗ ਕੈਂਡੀਡੇਟ ਪ੍ਰੂਵ ਕਰਨਾ ਚਾਹੁੰਦੇ ਨੇ ਕਿ ਮੈਂ ਫਿਰ ਤੋਂ ਪ੍ਰੈਜ਼ੀਡੈਂਟ ਆਫ ਅਮਰੀਕਾ ਬਣ ਸਕਦਾ ਸੈਕਿੰਡ ਟਰਮ ਵਾਸਤੇ। ਬਿਲਕੁਲ। ਸੋ ਇਹ ਚੀਜ਼ ਵੀ ਉਹ ਪ੍ਰੂਵ ਕਰਨਾ ਚਾਹੁੰਦੇ ਨੇ। ਚਲੋ ਆਪਾਂ ਅੱਗੇ ਚੱਲਦੇ ਹਾਂ। ਹੁਣ ਭਾਰਤ ਆ ਜਾਈ ਆਪਣੀ ਫਲਾਈਟ ਲੈ ਕੇ, ਤੇ ਕਈ ਸਾਡੇ ਮਾਮਲੇ ਸੰਸਦ ਦੇ ਵਿੱਚ ਹਮੇਸ਼ਾ ਤੁਸੀਂ ਦੇਖੋ ਕਈ ਵਾਰ ਰੌਲਾ ਪੈ ਜਾਂਦਾ ਹੈ ਔਰ ਪੋਸਟਪੋਨ ਹੋ ਜਾਂਦੀ ਹੈ ਕਾਰਵਾਈ। ਸੋ ਅੱਜ ਵੀ ਕਹਿੰਦੇ ਨੇ ਕਿ ਜਦੋਂ ਆਪਾਂ ਪ੍ਰੋਗਰਾਮ ਰਿਕਾਰਡ ਕਰਦੇ ਪਏ ਆ ਇਸ ਵੇਲੇ ਵੀ ਕਹਿੰਦੇ ਨੇ ਕਿ ਹੰਗਾਮਾ ਹੋਣ ਦੇ ਉੱਥੇ ਆਸਾਰ ਬਣੇ ਹੋਏ ਨੇ। ਮੁੱਦੇ ਬਹੁਤ ਸਾਰੇ ਨੇ, ਮੁੱਦੇ ਹੀ ਮੁੱਦੇ ਨੇ ਸਾਡੇ ਕੋਲ, ਹੋਰ ਹੈ ਕੀ ਹੈ ਉੱਤੇ ਡਿਬੇਟਸ ਹੁੰਦੀਆਂ ਨੇ ਔਰ ਉਹ ਵੀ ਮਤਲਬ ਇੱਧਰ ਆਈ ਗਈ ਗੱਲ ਹੋ ਜਾਂਦੀ ਹੈ। ਕੋਈ ਕਾਰਵਾਈ ਬਹੁਤ ਘੱਟ ਹੁੰਦੀ ਹੈ ਜਿੰਨੀ ਹੋਣੀ ਚਾਹੀਦੀ ਹੈ। ਸੋ ਹੁਣ ਵੀ ਅੱਜ ਵੀ ਹੰਗਾਮਾ ਹੋਣ ਦੇ ਆਸਾਰ ਬਣੇ ਹੋਏ ਨੇ। ਇਹ ਅਜਲਾਸ ਜਿਹੜਾ ਸੰਸਦ ਦਾ ਵਾ ਸ਼ੁਰੂ ਹੋ ਗਿਆ ਔਰ ਉਹਦੇ ਵਿੱਚ ਜਿਹੜੀਆਂ ਪਾਰਟੀਆਂ ਪਹਿਲਾਂ ਯੂਨਾਈਟ ਹੋਈਆਂ ਸੀ ਜਾਂ ਆਪੋਜੀਸ਼ਨ ਦੀਆਂ, ਉਹ ਅਜੇ ਤੱਕ ਵੀ ਕਮਰ ਕੱਸਾ ਕਰਕੇ ਬੈਠੀਆਂ ਨੇ ਉੱਥੇ। ਔਰ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਮਸਲੇ ਲਟਕ ਗਏ ਆ, ਜਿਨ੍ਹਾਂ ਦੇ ਬਾਰੇ ਕੋਈ ਸੁਣਵਾਈ ਨਹੀਂ ਹੋਈ, ਚਰਚਾ ਨਹੀਂ ਹੋਈ, ਜਿਸ 'ਚ ਪਾਰਲੀਮੈਂਟ ਦੀ ਸਾਂਝੀ ਕਮੇਟੀ ਬਣਾਉਣ ਦਾ ਇਹਨਾਂ ਨੇ ਇੱਕ ਰੌਲਾ ਪਾਇਆ ਸੀਗਾ ਕਿ ਸਾਂਝੀ ਕਮੇਟੀ ਬਣਾਈ ਜਾਵੇ ਤਾਂ ਕਿ ਉਹਦੇ 'ਚ ਜਿਹੜੀ ਨੈਸ਼ਨਲ ਪਾਰਟੀ ਬਣੂਗੀ ਉਹਦੇ ਵਿੱਚ ਸਾਰਾ ਜਿਹੜਾ ਕਲੀਅਰ ਕੀਤਾ ਜਾਵੇ ਕਿ ਹਿਡਨਬਰਗ ਰਿਪੋਰਟ ਜਿਹੜੀ ਹੈ ਉਹਦੇ ਵਿੱਚ ਕੀ ਹੋਇਆ। ਔਰ ਉਹਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਹੋਰ ਇਹਨਾਂ ਨੇ ਆਪਣਾ ਸਨੱਬ ਕਰ ਦਿੱਤਾ ਕਿ ਜਿਹੜਾ ਰਾਹੁਲ ਗਾਂਧੀ ਜੀ ਆਏ ਨੇ ਬ੍ਰਿਟੇਨ ਤੋਂ, ਉਦੋਂ ਬਾਅਦ ਉਹਨਾਂ ਨੇ ਆ ਕੇ ਬਹੁਤ ਕੁਛ ਉਲਟਾ ਸਿੱਧਾ ਬੋਲਿਆ, ਡੈਮੋਕ੍ਰੇਸੀ ਦੇ ਉਲਟਾ ਬੋਲਿਆ, ਸੰਵਿਧਾਨ ਦੇ ਉਲਟ ਬੋਲਿਆ। ਔਰ ਉਹਨਾਂ ਨੂੰ ਕਿਹਾ ਕਿ ਇਹਨਾਂ ਨੇ ਕਿ ਮਾਫੀ ਮੰਗਣ, ਜਿਹਦੇ ਵਿੱਚ ਖੜਕੇ ਸਾਹਿਬ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਕਾਂਗਰਸ ਦੇ, ਉਹਨਾਂ ਨੇ ਜਵਾਬ ਦਿੱਤਾ ਕਿ ਕੋਈ ਮਾਫੀ ਦੀ ਮਤਲਬ ਨਹੀਂ, ਜਿੱਥੇ ਬਹਿਸ ਹੁੰਦੀ ਆ ਉੱਥੇ ਜਵਾਬ ਦੇਣਾ ਤੇ ਜਵਾਬ ਸੁਣਨਾ
ਦੋਵਾਂ ਧਿਰਾਂ ਦਾ ਬਹੁਤ ਆਗੂਆਂ ਦਾ ਗੱਲ ਸੁਣਨੀ ਜ਼ਰੂਰੀ ਆ। ਜੇ ਤੁਸੀਂ ਇਹਦੇ ਨਹੀਂ ਗੱਲ ਸੁਣੋਗੇ ਫਿਰ ਡੈਮੋਕ੍ਰੇਸੀ ਕਾਹਦੀ, ਫਿਰ ਲੋਕਤੰਤਰ ਰਿਹਾ ਕਾਹਦਾ, ਜੇ ਸਾਨੂੰ ਗੱਲ ਕਰਨ ਦਾ ਹੱਕ ਨਹੀਂ ਹੈਗਾ। ਔਰ ਉਹਦੇ ਵਿੱਚ ਹਿਡਨਬਰਗ ਜਿਹੜੀ ਆ ਹਡਾਨੀ ਦੀ ਰਿਪੋਰਟ, ਉਹਦਾ ਵੀ ਮਸਲਾ ਅਜੇ ਉਸੇ ਦਾ ਉੱਥੇ ਅੜਿਆ ਪਿਆ, ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਅਸੀਂ ਪਾਰਟੀ ਜਿਹੜੀ ਸਾਂਝੀ ਕਮੇਟੀ ਬਣਾ ਲਾਂਗੇ ਪਾਰਲੀਮੈਂਟ ਦੀ, ਪਰ ਉਹ ਲਿਫਾਫਾ ਬੰਦ ਹੋਊਗੀ। ਉਹਦੇ ਵਿੱਚ ਜਿਹੜੇ ਨੋਮੀਨੇਟ ਕੀਤੇ ਜਾਣਗੇ ਉਹਨਾਂ ਦੇ ਵਿੱਚੋਂ ਕੋਈ ਮੁਨਕਰ ਨਹੀਂ ਹੋਗਾ। ਉਹੀ ਬੰਦੇ ਇਹਦੇ 'ਤੇ ਰਿਪੋਰਟ ਤਿਆਰ ਕਰਨਗੇ, ਜਿਸ 'ਚ ਕਾਂਗਰਸ ਨਹੀਂ ਮੰਨੀ, ਜਿਹਦੇ 'ਚ ਦੂਸਰੀਆਂ ਪਾਰਟੀਆਂ ਨਹੀਂ ਮੰਨੀਆਂ, ਤ੍ਰਿਣਮੂਲ ਕਾਂਗਰਸ ਜਿਹੜੀ ਆ ਉਹ ਨਹੀਂ ਮੰਨੀ, ਔਰ ਉਹਦੇ 'ਚ ਜਿਹੜੀਆਂ ਨਹੀਂ ਮੰਨੀਆਂ ਇਹਨਾਂ ਨੇ ਪਾਸੇ ਕਰਕੇ ਉਹਨੂੰ ਬਿਲਕੁਲ ਬੰਦ ਲਿਫਾਫੇ 'ਚ ਪਾ ਕੇ ਤੇ ਉਹਨੂੰ ਖਤਮ ਹੀ ਕਰ ਦਿੱਤਾ। ਔਰ ਉਹਦੇ ਵਿੱਚ ਹੁਣ ਬਾਕੀ ਪਾਰਟੀਆਂ ਨੇ ਇਹ ਰੌਲਾ ਪਾਇਆ ਕਿ ਅਗਲੀ ਇਲੈਕਸ਼ਨ ਆਉਣ ਤੋਂ ਪਹਿਲਾਂ ਇਹਦੇ 'ਤੇ ਜੇ ਚਰਚਾ ਨਹੀਂ ਹੋਊਗੀ ਤੇ ਫਿਰ ਇਲੈਕਸ਼ਨ ਦਾ ਜਿਹੜਾ ਕਰਾਉਣਾ ਨਾ ਕਰਾਉਣਾ ਇਹ ਡਿਕਟੇਟਰਸ਼ਿਪ ਦਾ ਇੱਕ ਬਣਤਰ ਬਣਾ ਰਹੇ ਜੇ, ਉਹਦੇ ਵਿੱਚ ਫਿਰ ਲੋਕਤੰਤਰ ਨਹੀਂ ਰਿਹਾ। ਔਰ ਜਦੋਂ ਵੀ ਅੜਦੀ ਆ ਕਾਂਗਰਸ ਨੈਸ਼ਨਲ ਪਾਰਟੀ ਆ, ਉਹ ਇਸ ਗੱਲ 'ਤੇ ਅੜ ਜਾਂਦੀ ਆ। ਉਹ ਇਸ ਕਰਕੇ ਅੜਦੀ ਆ, ਉਹਨਾਂ ਨੂੰ ਪਤਾ ਕਿ ਆਉਣ ਵਾਲੀ ਜਿਹੜੀ ਪਾਰਟੀ ਆ ਉਹੀ ਆ ਰੂਲਿੰਗ ਪਾਰਟੀ, ਉਹ ਨਹੀਂ ਬਣਨਾ। ਬਾਕੀ ਇਹਨਾਂ ਨੇ ਆਪਣਾ ਗੱਠਜੋੜ ਵੀ ਬਣਾਇਆ ਬਾਕੀ ਪਾਰਟੀਆਂ ਨਾਲ, ਔਰ ਉਹਦੇ ਵਿੱਚ ਸਾਰੀਆਂ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਆਪੋਜੀਸ਼ਨ ਪਾਰਟੀਆਂ ਨੇ ਉਹ ਇਕੱਠੀਆਂ ਹੋ ਗਈਆਂ, ਜਿਹਦੇ 'ਚ ਨਿਤਿਸ਼ ਕੁਮਾਰ ਦੀ ਪਾਰਟੀ ਹੈਗੀ, ਲਾਲੂ ਯਾਦਵ ਦੀ ਵੀ ਪਾਰਟੀ ਉਹਦੇ 'ਚ ਹੈ, ਔਰ ਯੂਪੀ ਦੇ ਵਿੱਚ ਵੀ ਜਿਹੜੀ ਅਖਿਲੇਸ਼ ਦੀ ਆਪਣੀ ਸਮਾਜਵਾਦੀ ਪਾਰਟੀ ਉਹ ਵੀ ਵਿੱਚ ਹੈ। ਔਰ ਇਹ ਪਾਰਟੀਆਂ ਇਕੱਠੀਆਂ ਹੋ ਗਈਆਂ, ਜੇ ਯੂਨਾਈਟ ਹੋ ਜਾਂਦੀਆਂ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਕੁਛ ਨਾ ਕੁਛ ਸਿੱਟਾ ਕੱਢ ਲੈਣਗੇ। ਤੇ ਜੇ ਇਹਨਾਂ 'ਚ ਏਕਤਾ ਨਹੀਂ ਰਹੀ, ਜੇ ਇਹਨਾਂ ਦਾ ਮੂੰਹ ਇੱਕ ਦਾ ਪੱਛਮ ਤੇ ਦੂਜੇ ਦਾ ਪੂਰਬ ਵੱਲ ਰਿਹਾ, ਤਾਂ ਫਿਰ ਹੋ ਸਕਦਾ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਇਲੈਕਸ਼ਨ ਆਗਾਮੀ ਹੈਗੀ ਆ ਉਹਦੇ ਵਿੱਚ ਫਿਰ ਇਹ ਪਾਰਟੀ ਹਾਵੀ ਹੋ ਜੂਗੀ, NDA ਜਿਹੜੀ BJP ਹੈ, ਭਾਜਪਾ ਪਾਰਟੀ ਫਿਰ ਅੱਗੇ ਚੱਲ ਜੂਗੀ। ਕਿਉਂਕਿ ਇਹ ਜਿਹੜੀਆਂ ਪਾਰਟੀਆਂ ਖਾਨਾ ਜੀ ਹੁੰਦੀਆਂ ਵੱਖ-ਵੱਖ ਮਨ ਦੀ ਲੱਕੜੀ ਹੈ, ਉਹ ਕਿਤਿਓਂ ਕੋਈ ਕਿਤਿਓਂ ਕਿਹਦਾ ਸੁਭਾਅ ਕਿਸ ਤਰ੍ਹਾਂ ਦਾ ਹੈਗਾ, ਕੋਈ ਸੁਣਦਾ ਕੋਈ ਨਹੀਂ ਸੁਣਦਾ। ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਨਾ ਵੀ ਥੋੜ੍ਹਾ ਜਿਹਾ ਔਖਾ ਹੈਗਾ, ਪਰ ਅੱਜ ਤੱਕ ਇਹ ਸੰਕੇਤ ਮਿਲ ਰਹੇ ਆ ਕਿ ਸਾਰੀਆਂ ਪਾਰਟੀਆਂ ਅੰਦਰੂਨੀ ਤੌਰ 'ਤੇ ਇਕੱਠੀਆਂ ਨੇ। JNK 'ਚ ਵੀ ਸਾਰਾ ਉਹਨਾਂ ਨੇ ਇਕੱਠਾ ਕਰ ਲਿਆ, ਜਿੱਥੇ ਵੀ ਸੂਬਾ ਪਾਰਟੀਆਂ ਨੇ, ਖੇਤਰੀ ਪਾਰਟੀਆਂ ਦਾ ਤੇ ਥੋੜ੍ਹਾ ਜਿਹਾ ਇਹਨਾਂ ਨੂੰ ਸਹਾਰਾ ਹੀ ਹੋਊਗਾ। ਬਾਕੀ ਨੈਸ਼ਨਲ ਪਾਰਟੀਆਂ ਨੇ ਡਿਸਾਈਡ ਕਰਨਾ ਕਿ ਅਸੀਂ ਅਗਲੇ ਆਉਣ ਵਾਲੇ ਫਿਊਚਰ 'ਚ ਕੀ ਕਰਨਾ। ਦੂਸਰੀ ਗੱਲ ਇਹ ਹੈ ਕਿ BJP ਵੀ ਟਰਾਈ ਕਰ ਰਹੀ ਹੈ ਕਿ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਉਹਨਾਂ ਨੂੰ NDA ਦੇ ਵਿੱਚ ਸ਼ਾਮਿਲ ਕਰਨ ਦਾ, ਇਹ ਵੀ ਕੋਸ਼ਿਸ਼ ਹੋ ਰਹੀ ਹੈ ਉਹਨਾਂ ਦੀ। ਮਤਲਬ ਤਮਾਮ ਉਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਸਨ 2024 ਦੀਆਂ ਇਲੈਕਸ਼ਨਸ ਦੇ ਜਿੱਤਣਾ ਚਾਹੁੰਦੇ ਨੇ, ਮੋਦੀ ਜੀ ਨੂੰ ਫਿਰ ਇੱਕ ਵਾਰ ਪ੍ਰਾਈਮ ਮਿਨਿਸਟਰ ਆਫ ਇੰਡੀਆ ਬਣਾਉਣਾ ਚਾਹੁੰਦੇ ਨੇ, ਤਾਂ ਇਹ ਇਹਨਾਂ ਦੀ ਸੋਚ ਹੈ ਔਰ ਉਸ ਸੋਚ ਦੇ ਤਹਿਤ ਇਹ ਪੂਰੀ ਸਟ੍ਰੈਟਜੀ ਬਣਾ ਕੇ ਕੰਮ ਕਰ ਰਹੇ ਨੇ। ਸੋ ਉਸੇ ਸਟ੍ਰੈਟਜੀ ਦਾ ਹਿੱਸਾ ਰਿਹਾ ਕਿ ਜੋ ਰਾਹੁਲ ਗਾਂਧੀ ਡਿਸਕੁਆਲੀਫਾਈ ਹੋਏ ਨੇ ਤਾਂ ਉਹਨਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ, ਤੇ ਹੁਣ ਉਹ ਮੁੜ ਤੋਂ ਆਪਣੀ ਇੱਕ ਐਪਲੀਕੇਸ਼ਨ ਦਾਇਰ ਕਰਨਗੇ, ਅਦਾਲਤ ਦੇ ਵਿੱਚ ਅਪੀਲ ਕਰਨਗੇ ਇਹਨਾਂ ਦਿਨਾਂ ਦੇ ਵਿੱਚ। ਔਰ ਹੋ ਸਕਦਾ ਅੱਜ ਹੀ ਉਹ, ਜਦੋਂ ਆਪਾਂ ਪ੍ਰੋਗਰਾਮ ਰਿਕਾਰਡ ਕਰਦੇ ਪਏ ਹਾਂ, ਅੱਜ ਹੀ ਉਹ ਦਾਇਰ ਕਰ ਦੇਣ ਆਪਣੀ ਐਪਲੀਕੇਸ਼ਨ ਕੋਰਟ ਦੇ ਵਿੱਚ ਜ਼ਮਾਨਤ ਵਾਸਤੇ। ਹਾਂ, ਪਹਿਲਾਂ ਤਾਂ ਇਹਨਾਂ ਨੇ ਕਿਹਾ ਸੀ, ਇਸ ਕਰਕੇ ਇਹ ਡਿਲੇ ਹੋਇਆ, ਕਾਫੀ ਦਿਨ ਹੋ ਗਿਆ ਜਦੋਂ ਦਾ ਇਹਨਾਂ ਦਾ ਉੱਥੋਂ ਬਰਖਾਸਤ ਕੀਤਾ। ਔਰ ਇਹਨਾਂ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜਾ ਸਰਕਾਰੀ ਰਿਹਾਇਸ਼ ਆ ਉਹ ਵੀ ਤੁਸੀਂ ਖਾਲੀ ਕਰ ਦਿਓ, ਔਰ ਮੰਨ ਗਏ ਉਹ ਕਿ ਅਸੀਂ ਖਾਲੀ ਕਰ ਦਾਂਗੇ। ਪਰ ਇਹਨਾਂ ਦੇ ਬਾਕੀ ਜਿਹੜੇ ਬੁਲਾਰੇ ਨੇ, ਸਪੀਕਰ, ਇਹਨਾਂ ਨੇ ਕਿਹਾ ਕਿ ਅਸੀਂ ਇਸ ਕਰਕੇ ਰੁਕੇ ਸੀਗੇ ਕਿ ਪਹਿਲਾਂ ਅਸੀਂ ਚਾਹੁੰਦੇ ਕਿ ਲੋਕਾਂ ਤੱਕ ਇਹ ਰੌਲਾ ਰੱਪਾ ਦੁਬਾਰਾ ਕੋਰਟ ਦੇ ਰਾਹੀਂ ਨਾ ਜਾਵੇ, ਤਾਂ ਕਿ ਅਸੀਂ ਕਿਹਾ ਕਿ ਸ਼ਾਂਤੀ ਨਾਲ ਨਿਬੜ ਜੇ ਤਾਂ ਜ਼ਿਆਦਾ ਵਧੀਆ, ਪਾਰਲੀਮੈਂਟ ਦੀ ਡਿਸਕਸ਼ਨ 'ਚ ਹੋ ਜੇ ਗੱਲ, ਅੱਛੀ ਗੱਲ ਆ, ਖਰਚਾ ਸਾਡਾ ਵੀ ਹੋਊਗਾ, ਜੁਡੀਸ਼ਰੀ ਦਾ ਵੀ ਟਾਈਮ ਐਨਰਜੀ ਵੇਸਟ ਹੋਊਗੀ। ਔਰ ਉਹਨਾਂ ਨੇ ਇਹ ਦੁਬਾਰਾ ਉਹਨਾਂ ਨੇ ਕਿਹਾ ਕਿ ਫਿਰ ਲੋਕਾਂ ਦੇ ਜਿਹੜੇ ਹੋਰ ਲੋਕ ਨੇ ਜਾਂ ਉਹਨਾਂ ਦੇ ਨਾਲ ਨੁਮਾਇੰਦੇ ਨੇ, ਉਹਨਾਂ ਨੇ ਇਹ ਕਿਹਾ ਕਿ ਤੁਸੀਂ ਫਿਰ ਇਹਦੇ 'ਤੇ ਗੱਲ ਝੂਠੇ ਸਾਬਤ ਹੋਵੋਗੇ ਜੇ ਤੁਸੀਂ ਕੋਰਟ 'ਚ ਨਹੀਂ ਜਾਓਗੇ। ਕੋਰਟ ਤੋਂ ਅੱਗੇ ਜੋ ਡਿਸੀਜਨ ਤੁਹਾਨੂੰ 2 ਸਾਲ ਦੀ ਰਾਹੁਲ ਗਾਂਧੀ ਨੂੰ ਸਜ਼ਾ ਹੋ ਗਈ ਆ, ਤੇ ਜੇ ਲੋਕਾਂ ਤੱਕ ਗਈ ਗੱਲ, ਜਨਤਾ ਨੇ ਕਹਿਣਾ ਕਿ ਇਹ ਝੂਠਾ ਸੀਗਾ, ਇਹਨੂੰ ਸਜ਼ਾ ਦੁਬਾਰਾ ਇਸੇ ਕਰਕੇ ਹੋ ਗਈ। ਹੁਣ ਇਹਨਾਂ ਨੇ ਜਿਹੜੀ ਯਾਚਕਾ ਦਾਇਰ ਕਰ ਦਿੱਤੀ, ਉਹਦੇ 'ਚ ਸੂਰਤ ਜਿਹੜੀ ਸੈਸ਼ਨ ਕੋਰਟ ਆ ਗੁਜਰਾਤ ਦੀ, ਉਹਦੇ ਵਿੱਚ ਇਹਨਾਂ ਨੇ ਕਰਤੀ ਅੱਜ। ਤੇ ਉਹਦੇ ਵਿੱਚ ਹੁਣ ਦੇਖੋ ਉਦੋਂ ਬਾਅਦ ਜਿਹੜੀ ਜ਼ਿਰਾ ਹੋਏਗੀ, ਜਿਹੜੀ ਧਾਰਾ ਲੱਗੀ ਆ, ਉਹਨੂੰ ਫਿਰ ਉਸੇ ਤਰ੍ਹਾਂ ਦੁਬਾਰਾ ਉਹਦੀ ਤਬਦੀਸ਼ ਕਰਕੇ, ਉਹਦੀ ਪੜਤਾਲ ਕਰਕੇ ਪਤਾ ਲੱਗੂਗਾ ਕਿ ਇਹਨੇ ਕੀ ਬੋਲਿਆ ਔਰ ਕਿਹੜਾ ਕਾਨੂੰਨ ਤੋਂ ਉਲਟ ਬੋਲੇ। ਔਰ ਉਦੋਂ ਬਾਅਦ ਜਿਹੜੀ ਸੈਸ਼ਨ ਕੋਰਟ ਆ ਉਹ ਦੱਸੇਗੀ ਕਿ ਇਹ ਦੋਸ਼ੀ ਹੈ ਜਾਂ ਨਹੀਂ ਦੋਸ਼ੀ। ਹੁਣ ਇਹਦਾ ਨਤਾਰਾ ਹੋਣਾ ਜ਼ਰੂਰੀ ਹੈ, ਤਾਂ ਕਿ ਕਿਉਂਕਿ ਨੈਸ਼ਨਲ ਲੀਡਰ ਨੇ ਉਹ ਵੀ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਆ, ਔਰ ਉਦੋਂ ਬਾਅਦ ਸਾਬਕਾ ਪ੍ਰਧਾਨ ਰਹਿ ਚੁੱਕੇ ਆ। ਜਦੋਂ ਮਨਮੋਹਨ ਸਿੰਘ ਸਰਕਾਰ ਸੀਗੀ ਉਦੋਂ ਇਹ ਕਰਤਾ ਧਰਤਾ ਆਪ ਸੀਗੇ, ਇਹਦੇ ਮਦਰ ਸੀਗੇ ਸੋਨੀਆ ਗਾਂਧੀ। ਉਦੋਂ ਇਹਨਾਂ ਨੇ ਚੰਗਾ ਕੰਮ ਕੀਤਾ, ਉਦੋਂ ਦੇਸ਼ ਲਈ ਬੜਾ ਕੁਝ ਹੋਇਆ। ਔਰ ਜਦੋਂ ਕਿ ਬਰਾਬਰ ਦੀ ਪਾਰਟੀ ਆ NDA ਦੇ ਜੀ, ਇਸੇ ਕਰਕੇ ਲੋਕਾਂ ਦਾ ਇਹ ਇਸ ਵੇਲੇ
ਜਿਹੜਾ ਵਿਚਾਰ ਹੈਗਾ ਕਿ ਹੁਣ ਦੇਖੋ ਕਿਸ ਪਾਤ ਤੁਲਦੀ ਹੈ, ਜੁਡੀਸ਼ਰੀ ਕੀ ਕਹਿੰਦੀ ਹੈ, ਕਿਉਂਕਿ ਜੁਡੀਸ਼ਰੀ ਤੇ ਜਿਹੜਾ ਜਿੱਦਾਂ CBI ਇਹਨਾਂ ਦੇ ਪਿੱਛੇ ਲੱਗੀ ਰਹੀ ਹੈ, ਫਿਰ ED ਦੇ ਵਿੱਚ ਵੀ ਇਹਨਾਂ ਦੀ ਪੁੱਛ ਪੜਤਾਲ ਬਹੁਤ ਰਹੀ ਆ, ਔਰ 8-8 9-9 ਘੰਟੇ ਇਹਨਾਂ ਨੂੰ ਜਵਾਬ ਦੇਣਾ ਪਿਆ। ਉਸ ਤੋਂ ਬਾਅਦ ਇਹ ਬਰਤਾਨੀਆ ਗਏ, ਬਰਤਾਨੀਆ ਤੋਂ ਬਾਅਦ ਜਦੋਂ ਵਾਪਸ ਆਏ ਉਦੋਂ ਬਾਅਦ ਫਿਰ ਤੰਦੂਰ ਤਪਿਆ ਪੂਰਾ ਹੀ, ਉਹਦੇ ਵਿੱਚ ਸੇਕ ਹੀ ਰਿਹਾ ਸਾਰੇ ਪਾਸੇ, ਜਿੱਧਰ ਵੀ ਗਏ ਉੱਧਰ ਹੀ ਸਾਰਾ ਰੌਲਾ ਰਿਹਾ। ਬੇਸਿਕਲੀ ਖੰਨਾ ਜੀ ਤੁਸੀਂ ਮੇਰੇ ਖਿਆਲ ਇੱਕ ਵਾਰੀ ਅੱਗੇ ਕਹਿ ਵੀ ਸੀ ਕਿ ਜਦੋਂ ਭਾਰਤ ਜੋੜੋ ਯਾਤਰਾ ਸ਼ੁਰੂ ਹੋਈ ਆ ਉਦੋਂ ਬਾਅਦ ਆਪੋਜੀਸ਼ਨ ਦੀਆਂ ਜਿਹੜੀਆਂ ਵੀ ਕਿਆਸ ਰਾਈਆਂ ਸੀਗੀਆਂ ਉਲਟੀਆਂ ਹੋਈਆਂ, ਉਹਨਾਂ ਨੂੰ ਇਹ ਲੱਗਾ ਕਿ ਲੋਕਾਂ ਦੇ ਬਹੁਤ ਨੇੜੇ ਚਲੇ ਗਿਆ। J&K 'ਚ ਵੀ ਇਹਨਾਂ ਦੇ ਸਿਕਿਉਰਿਟੀ ਲੱਗੀ, ਉੱਥੇ ਬਾਰਮੈਂਟ ਵੀ ਬੜਾ ਕੁਛ ਹੋਇਆ, ਔਰ ਜਿਹੜਾ ਉੱਥੇ ਜਾ ਕੇ ਇਹਨਾਂ ਨੇ ਝੰਡਾ ਵੀ ਲਹਿਰਾਇਆ ਔਰ ਸਿਕਿਉਰਿਟੀ ਵੀ ਦਿੱਤੀ ਗਈ ਇਹਨਾਂ ਨੂੰ, ਉੱਥੇ ਵੀ ਇਹਨਾਂ ਦਾ ਬੜਾ ਕੁਛ ਹੋਇਆ, ਔਰ ਕਸ਼ਮੀਰ 'ਚ ਵੀ, ਔਰ ਪੂਰੇ ਭਾਰਤ ਵਿੱਚ ਆਏ, ਪੰਜਾਬ ਵਿੱਚ ਵੀ ਇਹਨਾਂ ਨੇ ਬੜਾ ਕੁਛ ਕੀਤਾ। ਔਰ ਜਿਮਨੀ ਚੋਣਾਂ ਲਈ ਕੈਂਡੀਡੇਟ ਵੀ ਅਨਾਉਂਸ ਕਰਕੇ ਗਏ ਰਾਹੁਲ ਗਾਂਧੀ ਜੀ, ਜਿਹੜੇ ਸੰਤੋਖ ਸਿੰਘ ਚੌਧਰੀ ਦੇ ਵਾਈਫ ਨੇ ਅਮਰਜੀਤ ਕੌਰ ਚੌਧਰੀ, ਉਹਨਾਂ ਨੂੰ ਇਹਨਾਂ ਕੀਤਾ, ਕਿਉਂਕਿ ਉਹ ਇਲੈਕਸ਼ਨ ਸਿਰ 'ਤੇ ਆ ਗਈ। ਔਰ ਕਾਂਗਰਸ ਦਾ ਜਿੱਥੇ ਵੀ ਥੋੜ੍ਹਾ ਜਿਹਾ ਲੋਕਾਂ ਤੱਕ ਰਿਐਕਸ਼ਨ ਆ ਉਹ ਚੰਗਾ ਆ ਰਿਹਾ, ਔਰ ਇਸੇ ਤਰ੍ਹਾਂ ਜਦੋਂ ਪ੍ਰਤੀਕਿਰਿਆ ਚੰਗੀ ਆ ਰਹੀ ਆ ਆਪੋਜੀਸ਼ਨ ਨੂੰ ਥੋੜ੍ਹਾ ਜਿਹਾ ਉਹ ਲੱਗ ਜਾਂਦਾ, ਫਿਕਰ ਪੈ ਜਾਂਦਾ, ਤਾਂ ਫਿਕਰ ਪੈ ਜਾਂਦਾ ਵੀ ਕੀ ਕੁਛ ਹੋ ਗਿਆ, ਇਹ ਤਾਂ ਫਿਰ ਅੱਗੇ ਦੀ ਅੱਗੇ ਨਿਕਲ ਗਈ। ਇਸੇ ਕਰਕੇ ਹੁਣ ਆ ਰਾਹੁਲ ਗਾਂਧੀ ਦਾ ਗੱਲ ਹੈ। ਔਰ ਜੁਡੀਸ਼ਰੀ ਕੀ ਆਂਦੀ ਹੈ, ਜੁਡੀਸ਼ਰੀ ਕੀ ਕਹਿੰਦੀ ਹੈ, ਇੱਕ ਗੱਲ ਆਪਾਂ ਨੇ ਦੇਖਣੀ ਹੈ। ਔਰ ਸਿੰਘਵੀ ਸਾਹਿਬ ਜੋ ਇਹਨਾਂ ਦੀ ਲੀਗਲ ਟੀਮ ਦੇ ਹੈੱਡ ਨੇ ਉਹ ਕਾਫੀ ਪੋਜ਼ਿਟਿਵ ਨੇ। ਉਹ ਕਹਿੰਦੇ ਨੇ ਕਿ ਕੁਝ ਇੱਕ ਹਫ਼ਤਿਆਂ ਦੀ ਗੱਲ ਹੈ, ਅਸੀਂ ਰਾਹੁਲ ਗਾਂਧੀ ਨੂੰ ਮੁੜ ਤੋਂ ਰੀਇਨਸਟੇਟ ਕਰਵਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਔਰ ਉਧਰੋਂ ਵੀ ਸਟੇ ਮਿਲ ਜਾਏਗਾ, ਫਿਰ ਆਪਾਂ ਕੇਸ ਦੇ ਉੱਤੇ ਕਹਿੰਦੇ ਨੇ ਕਾਰਵਾਈ ਕਰਾਂਗੇ। ਇੱਕ ਤਗੜਾ ਸਟਰੋਂਗ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਆਪਣੇ ਓਪੋਨੈਂਟਸ ਨੂੰ, ਕਿਉਂਕਿ ਉਹ 2024 ਦੀਆਂ ਇਲੈਕਸ਼ਨਸ ਨੂੰ ਸਾਹਮਣੇ ਰੱਖ ਕੇ ਇਹ ਕਦਮ ਚੁੱਕ ਰਹੇ ਨੇ ਤੇ ਰਾਹੁਲ ਗਾਂਧੀ ਤੋਂ ਉਹ ਡਰੇ ਹੋਏ ਨੇ। ਭਾਰਤ ਜੋੜੋ ਯਾਤਰਾ ਤੋਂ ਉਹ ਡਰੇ ਹੋਏ ਨੇ, ਉਹਨਾਂ ਨੂੰ ਲੱਗਦਾ ਕਿ ਰਾਹੁਲ ਗਾਂਧੀ ਦਾ ਕੱਦ ਬਹੁਤ ਵੱਧ ਗਿਆ, ਇਸ ਕਰਕੇ ਉਸ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਤਾਂ ਉਹ ਇਸ ਤਰੀਕੇ ਨਾਲ ਰਾਹੁਲ ਗਾਂਧੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਕਾਂਗਰਸ ਵੀ ਕਹਿ ਰਹੀ ਹੈ ਔਰ ਹੋਰ ਵਿਰੋਧੀ ਧਿਰਾਂ ਵੀ ਕਹਿ ਰਹੀ ਹੈ। ਵੈਸੇ ਇੱਕ ਬਹੁਤ ਜਿਹੜੇ ਆਲੋਚਨਾਤਮਕ ਲੋਕ ਨੇ ਜਿਹੜੇ ਕ੍ਰਿਟਿਸਾਈਜ਼ ਕਰਦੇ ਵੀ ਆ, ਜਾਂ ਜਿਹੜੇ ਸੂਝਵਾਨ ਲੋਕ ਨੇ, ਉਹਨਾਂ ਨੇ ਵੀ ਕਿਹਾ, ਉਹ ਕਹਿੰਦੇ ਅਡਵਾਨੀ ਸਾਹਿਬ ਕੋ ਵੀ ਜਿਹੜੀ ਰੈਜ਼ੀਡੈਂਸ ਜਿਹੜਾ ਉਹਨਾਂ ਦੀ ਅਜੇ ਤੱਕ ਉੱਥੇ ਹੀ ਉਹਨਾਂ ਕੋਲ, ਜਿਹੜੇ ਅੱਜ ਕੱਲ੍ਹ ਸਿਆਸਤ ਤੋਂ ਬਾਹਰ ਨੇ, ਔਰ ਸਿਨਹਾ ਜੀ ਨੇ, ਔਰ ਉਸ ਤਰ੍ਹਾਂ ਦੇ ਇਹਨਾਂ ਦੇ ਹੋਰ ਵੀ ਕਰਤਾ ਧਰਤਾ ਨੇਤਾ ਨੇ, ਉਹਨਾਂ ਕੋਲ ਅਜੇ ਤੱਕ ਸਰਕਾਰੀ ਅਕੋਮੋਡੇਸ਼ਨ ਹੈਗੀ ਆ। ਔਰ ਕਹਿੰਦੇ ਇਹਨਾਂ ਦੇ ਕੀ ਇਸ ਵੇਲੇ ਆਫਤ ਆ ਗਈ ਸੀ, ਕੀ ਮੁਸੀਬਤ ਆ ਗਈ ਸੀ, ਇਹਨਾਂ ਨੂੰ ਉੱਥੋਂ ਬਾਹਰ ਕੱਢਣ ਦੇ ਆ ਗਏ। ਤਾਂ ਵੀ ਜੇ ਕੋਈ ਗੌਰਮੈਂਟ ਇੰਪਲਾਈ ਹੈ ਜਾਂ ਕੋਈ ਨੇਤਾ ਵਾ, ਉਹਨੂੰ 6 ਮਹੀਨੇ ਤਾਂ ਦਿੰਦੇ ਹੀ ਹੈਗਾ ਕਿ ਉਦੋਂ ਬਾਅਦ ਆਪਣਾ ਬੰਦੋਬਸਤ ਕਰ ਲੇ, ਕਿਉਂਕਿ ਉਹਨਾਂ ਕੋਲ ਆਪਣੀ ਰਿਹਾਇਸ਼ ਆਪਣੀ ਹੈਗੀ ਆ। ਪਰ ਦੂਜੇ ਪਾਸੇ ਇੱਕ ਮੁਹਿੰਮ ਹੋਰ ਸ਼ੁਰੂ ਹੋਈ ਹੈ ਦਿੱਲੀ 'ਚ, ਜਿਹੜੇ ਇਹਨਾਂ ਦੇ ਨਾਲ ਇਹਨਾਂ ਦੇ ਪੱਖ ਦੇ ਵਿੱਚ ਨੇ ਨੇਤਾ ਨੇ, ਜਾਂ ਜਿਹੜੇ ਆਮ ਇਹਨਾਂ ਦੇ ਨਾਲ ਪਾਰਟੀ ਦੇ ਵਿੱਚ ਸ਼ਾਮਲ ਨੇ। ਉਹਦੇ ਵਿੱਚ ਇੱਕ ਔਰਤ ਆ, ਉਹਨਾਂ ਨੇ ਰਾਹੁਲ ਗਾਂਧੀ ਦੇ ਨਾਂ 'ਤੇ ਆਪਣਾ 3 ਮੰਜ਼ਿਲਾ ਮਕਾਨ ਹੀ ਕਰ ਦਿੱਤਾ। ਉਹ ਕਹਿੰਦੇ ਰਾਹੁਲ ਦਾ ਘਰ ਹੈ, ਰਾਹੁਲ ਹੀ ਇੱਥੇ ਆ ਸਕਦਾ, ਰਾਹੁਲ ਗਾਂਧੀ ਦਾ ਘਰ ਹੈ, ਕਿਉਂਕਿ ਇਹ ਬੜੀਆਂ ਵੱਡੀਆਂ ਕੁਰਬਾਨੀਆਂ ਕਰ ਜਾਂਦੇ ਲੋਕ, ਆ ਜਾਂਦੇ ਨੇ ਜਦੋਂ ਉਹਨਾਂ ਨੂੰ ਪਤਾ ਕਿ ਸਾਡੇ ਨੇਤਾ ਨੇ, ਅਸੀਂ ਉਹਨਾਂ ਨੂੰ ਆਪਣੇ ਸਿਰ ਧੜ ਦੀ ਬਾਜੀ ਲਾ ਕੇ ਵੀ ਬਚਾਉਣਾ ਵਾ ਜਿਸ ਤਰ੍ਹਾਂ ਵੀ ਹੋ ਸਕੇ। ਉਹ ਉਹਨਾਂ ਦਾ ਇੱਕ ਵੱਡਾ ਪੱਖ ਆ। ਸੋ ਇਲੈਕਸ਼ਨਸ ਆ ਰਹੀਆਂ ਨੇ ਹੁਣ 2024 ਦੀਆਂ, ਤੇ ਹੁਣ ਨਵੀਆਂ ਗੱਲਾਂ ਸੁਣਨ ਨੂੰ ਮਿਲਣਗੇ, ਕਿਉਂਕਿ ਇਸ ਵਾਰ ਮੁਕਾਬਲਾ ਬੜਾ ਦਿਲਚਸਪ ਹੋਣ ਵਾਲਾ ਹੈ। ਪਤਾ ਨਹੀਂ ਹਜੇ ਕਿੱਦਾਂ ਇਹ ਸਾਰੀ ਕੈਮਿਸਟਰੀ ਬੈਠੇਗੀ। ਦੇਖੋ ਇਕੁਏਸ਼ਨਸ ਕੀ ਬਣਦੀਆਂ ਨੇ ਔਰ ਕੌਣ ਕਿਹਦਾ ਸਾਥ ਦੇ ਰਿਹਾ ਹੈ, ਕੌਣ ਕਿਹਦਾ ਸਾਥ ਛੱਡ ਰਿਹਾ ਹੈ, ਇਹ ਸਾਰੇ ਇਕੁਏਸ਼ਨਸ ਹੋ ਰਹੀਆਂ ਨੇ। ਔਰ ਫਿਲਹਾਲ ਵਿਰੋਧੀ ਧਿਰਾਂ ਇਕੱਠੀਆਂ ਹੋ ਰਹੀਆਂ ਨੇ ਕਾਂਗਰਸ ਦਾ ਸਾਥ ਦੇਣ ਵਾਸਤੇ ਕਿ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣੀ ਜ਼ਰੂਰੀ ਹੈ, BJP ਗਵਰਨਮੈਂਟ ਨੂੰ ਚੁਣੌਤੀ ਦੇਣੀ ਜ਼ਰੂਰੀ ਹੈ। ਇੱਦਾਂ ਦੀਆਂ ਕਈ ਕਿਆਸ ਰਾਈਆਂ ਸਾਹਮਣੇ ਆ ਰਹੀਆਂ ਨੇ। ਔਰ ਇੱਕ ਚੀਜ਼ ਜਿਹੜੀ ਸਾਹਮਣੇ ਆ ਰਹੀ ਹੈ ਕਿ ਓਪੋजिशन ਇਹ ਇਲਜ਼ਾਮ ਲਗਾ ਰਹੀ ਹੈ जो BJP जो सेंटर च गवर्नमेंट बैठी है, जिन्हों की सियासत चल रही है इस वक्त, जिन्हों का इस वक्त दबदबा बनया होया कि विरोधियों के फोन्स नू टैप करन दी कोशिश की जा रही है। सो ये मामला बड़ा पखिया होया। पैगासस का भी पहला मामला आया सी, जो सॉफ्टवेयर काफ़ी ज़्यादा चर्चा च रहा, पर यह मामला की है, इस वक्त ये किहड़ी गल्लां सामने आ रही ने? असल 'ਚ ਜਿਹੜਾ ਕਮਿਊਨੀਕੇਸ਼ਨ ਹੈਗਾ, ਜਿੱਦਾਂ ਕੁਛ ਆਪਣੀ ਸਰਕਾਰੀ ਹੈ, BSNL ਹੈਗਾ, ਹੋਰ ਬਾਕੀ ਪ੍ਰਾਈਵੇਟ ਕੰਪਨੀਆਂ ਵੀ ਹੈਗੀਆਂ, ਉਹਨਾਂ ਦੇ ਵਿੱਚ ਜਿਹੜਾ ਕਮਿਊਨੀਕੇਸ਼ਨ ਆ, ਜਿਹਦੇ ਵਿੱਚ ਫੋਨ ਨੇ, ਮੋਬਾਈਲ ਫੋਨ ਆ, ਸੋਸ਼ਲ ਮੀਡੀਆ ਹੈਗਾ, ਉਹਨਾਂ ਨੇ ਕੁਛ ਬੰਦਿਆਂ 'ਤੇ ਇਸ ਤਰ੍ਹਾਂ ਦੀ ਟੇਢੀ ਨਜ਼ਰ ਰੱਖ ਲਈ ਹੈ ਕਿ ਜਿਹੜੇ ਬੰਦੇ ਜਾਂ ਨੇਤਾ ਜਿਹੜੇ ਆਗੂ ਨੇ ਉਹ ਆਪੋ ਵਿੱਚ ਇਸ ਤਰ੍ਹਾਂ ਦਾ ਸਲਾਹ ਮਸ਼ਵਰਾ ਦੂਰ ਬੈਠੇ ਨਾ ਕਰ ਸਕਣ, ਜਿਹੜਾ ਰੂਲਿੰਗ ਪਾਰਟੀ ਦੇ ਫੇਵਰ 'ਚ ਨਾ ਜਾਵੇ, ਅਗੇਂਸਟ ਜਾਵੇ। ਔਰ ਇਹਨਾਂ ਨੇ ਟੈਪ ਕਰਨ ਦੀ ਬਜਾਏ ਉਹਨਾਂ ਨੂੰ ਹੈਕ ਕਰਨ ਦਾ ਵੀ ਮਸਲਾ ਆ ਗਿਆ ਕਿ ਉਹਨੂੰ ਉਹ ਜਿਹੜੇ ਉਹਨਾਂ ਦੇ ਮੋਬਾਈਲ ਫੋਨ ਨੇ ਜਾਂ ਉਹਨਾਂ ਨੂੰ ਹੈਕ ਵੀ ਕੀਤਾ ਜਾ ਸਕਦਾ। ਔਰ ਉਹਨਾਂ ਨੂੰ ਅਜੇ ਤੱਕ ਇਸ ਤਰ੍ਹਾਂ ਦੀਆਂ ਕੁਝ ਇਨਫੋਰਮੇਸ਼ਨ ਮਿਲ ਗਈਆਂ, ਹਾਲਾਂਕਿ ਅਜੇ ਇਹ ਪ੍ਰੈਕਟੀਕਲ ਤੌਰ 'ਤੇ
ਇਹ ਲਾਗੂ ਨਹੀਂ ਹੋਇਆ ਔਰ ਨਾ ਅਜੇ ਹੋਇਆ ਹੋ ਸਕਦਾ। ਔਰ ਉਹਦੇ ਵਿੱਚ ਆਪੋਜੀਸ਼ਨ ਨੂੰ ਉਸੇ ਵੇਲੇ ਹੀ ਪਤਾ ਲੱਗ ਗਿਆ, ਆਪੋਜੀਸ਼ਨ ਦੇ ਸਾਰੇ ਲੀਡਰਾਂ ਨੇ ਇਹਦੇ ਤੇ ਇਹਦੀ ਆਲੋਚਨਾ ਕੀਤੀ ਹੈ ਔਰ ਇਹਦੇ ਤੇ ਕਿਹਾ ਹੈਗਾ ਕਿ ਇਹ ਡੈਮੋਕ੍ਰੇਸੀ ਨਹੀਂ, ਇਹਦੇ ਵਿੱਚ ਜੋ ਤੁਸੀਂ ਕਰ ਰਹੇ ਜੇ, ਜੋ ਅਸੀਂ ਕਰ ਰਹੇ ਡਿਕਟੇਟਰਸ਼ਿਪ ਦਾ ਬਣਤਰ ਹੈ, ਉਹ ਜਿਹੜੇ ਤਾਨਾਸ਼ਾਹ ਲੋਕ ਨੇ ਉਹ ਕਰ ਸਕਦੇ ਆ। ਡੈਮੋਕ੍ਰੇਸੀ 'ਚ ਵਿਚਾਰ ਪ੍ਰਗਟਾਉਣ ਦਾ, ਲੋਕਾਂ ਨੂੰ ਸਾਂਝੀ ਵਾਲਤਾ ਪਾਉਣ ਦਾ, ਲੋਕਾਂ ਨਾਲ ਗੱਲ ਕਰਨ ਦਾ, ਪਬਲਿਕ ਨਾਲ ਗੱਲ ਕਰਨ ਦਾ ਨੇਤਾ ਦਾ ਆਪਣਾ ਹੱਕ ਹੁੰਦਾ, ਫੰਡਾਮੈਂਟਲ ਰਾਈਟਸ ਹੈ ਤੇ ਜੋ ਬੋਲੇ ਉਹ ਬੋਲੇ, ਉਹ ਉਦੋਂ ਨੂੰ ਕੋਈ ਰੋਕ ਨਹੀਂ ਸਕਦਾ। ਔਰ ਉਹਦੇ 'ਚ ਇਹ ਆਪਣੇ ਫਰਜ਼ ਵੀ ਨੇ, ਉਹਨਾਂ ਦਾ ਰਾਈਟਸ ਵੀ ਆ, ਉਹਦੇ 'ਚ ਸਾਰਾ ਕੁਝ ਮਿਲਦਾ ਜੁਲਦਾ ਹੈਗਾ। ਪਰ ਜੇ ਅਸੀਂ ਗੱਲ ਕਰੀਏ ਡੈਮੋਕ੍ਰੇਸੀ ਦੀ, ਬੇਸਿਕਲੀ ਤੌਰ 'ਤੇ ਜੋ ਵੀ ਅਸੀਂ ਚਾਹੁੰਦੇ ਹਾਂ ਕਿ ਆਗੂ ਹੋਵੇ ਜਾਂ ਕੋਈ ਨਾਗਰਿਕ ਹੋਵੇ, ਉਹਦੇ 'ਤੇ ਕੋਈ ਇਸ ਤਰ੍ਹਾਂ ਦਾ ਪਾਬੰਦੀ ਨਹੀਂ ਲੱਗ ਸਕਦੀ ਕਿ ਉਹ ਜੋ ਕੁਝ ਗੱਲ ਕਰਦਾ ਉਹਨੂੰ ਕਹੇ ਆਹ ਨਾ ਗੱਲ ਕਰ, ਆਹ ਕਰ, ਇਹ ਨਹੀਂ ਹੋ ਸਕਦੀ, ਕਿਉਂਕਿ ਉਹ ਆਜ਼ਾਦ ਭਾਰਤ ਦਾ ਨਾਗਰਿਕ ਆ, ਉਹ ਆਪਣੇ ਤਰੀਕੇ ਨਾਲ ਬੋਲ ਸਕਦਾ, ਕਹਿ ਸਕਦਾ, ਆਪਣੇ ਵਿਚਾਰ ਪ੍ਰਗਟ ਕਰ ਸਕਦਾ। ਪਰ ਇਹਦੇ ਵਿੱਚ ਆ ਜਿਹੜਾ ਇਸ ਵੇਲੇ ਨਕਸ਼ਾ ਬਣ ਗਿਆ, ਜਿਹਦੇ ਵਿੱਚ ਇਹਨਾਂ ਨੇ ਕਹਿਤਾ ਕਿ ਜਿਹੜੇ ਵੀ ਨੇਤਾ ਨੇ, ਆਗੂ ਨੇ, ਉਹਨਾਂ ਦੇ ਫੋਨ ਜਿਹੜੇ ਹੈਕ ਕੀਤੇ ਜਾਣਗੇ, ਉਹਨਾਂ ਦੇ ਵਿੱਚੋਂ ਪਤਾ ਲੱਗਿਆ ਜਾਊਗਾ ਕੌਣ ਕੌਣ ਕੀ ਕਰ ਰਿਹਾ। ਇੱਕ ਵਾਰੀ ਅੱਗੇ ਵੀ ਰੌਲਾ ਪੈ ਗਿਆ ਸੀਗਾ, ਹੁਣ ਇਹ ਉਹਨਾਂ ਨੇ ਕਿਹਾ ਕਿ ਰੂਮਰਸ ਨਹੀਂ ਹੈਗੀ, ਅਫਵਾਹ ਨਹੀਂ ਹੈਗੀ, ਇਹ ਪ੍ਰੈਕਟੀਕਲ ਤੌਰ 'ਤੇ ਉਹਨਾਂ ਦੇ ਸਾਰੇ ਜਿਹੜੇ ਰੂਲਿੰਗ ਪਾਰਟੀ ਹੈ ਉਹਨਾਂ ਵੱਲੋਂ ਆਦੇਸ਼ ਜਾਰੀ ਹੋ ਗਿਆ ਤਾਂ ਕਿ ਆਉਣ ਵਾਲਾ ਜਿਹੜਾ ਇਲੈਕਸ਼ਨ ਆ ਉਹਦੇ ਵਿੱਚ ਇਹ ਆਪਣਾ ਕੋਈ ਸਾਂਝੀ ਵਾਲਤਾ ਲੋਕਾਂ ਨਾਲ ਨਾ ਐਸਟੈਬਲਿਸ਼ ਕਰ ਸਕਣ, ਲੋਕਾਂ ਨੂੰ ਕਹਿ ਨਾ ਸਕਣ ਕਿ ਸਾਡੀ ਪਾਰਟੀ ਨੇ ਆਹ ਕੀਤਾ ਹੈਗਾ ਔਰ ਅਸੀਂ ਤੁਹਾਡੇ ਲਈ ਆਉਣ ਵਾਲੇ ਸਮੇਂ 'ਚ ਆਹ ਕਰਾਂਗੇ। ਬਾਕੀ ਤਾਂ ਮੈਨੀਫੈਸਟੋ ਹੁੰਦਾ ਹੀ ਆ, ਉਹਦੇ ਵਿੱਚ ਕਹਿਣਗੇ ਅਸੀਂ ਲੋਕਾਂ ਲਈ ਆਹ ਕਰ ਰਹੇ ਹਾਂ, ਅਸੀਂ ਰੁਜ਼ਗਾਰ ਦੇਵਾਂਗੇ, ਅਸੀਂ ਗਰੀਬੀ ਦੂਰ ਕਰਾਂਗੇ, ਅਸੀਂ ਲੋਕਾਂ ਨੂੰ ਨੌਕਰੀਆਂ ਦੇਵਾਂਗੇ, ਹੈ ਨਾ, ਪੈਸਾ ਦੇਵਾਂਗੇ, ਉਹ ਕਰਾਂਗੇ। ਔਰ ਉਹਦੇ ਵਿੱਚ ਇਹਨਾਂ ਕਿਹਾ ਵੀ ਚੋਰੀ ਛਿਪੇ ਨਹੀਂ ਕਰ ਸਕਦੇ, ਫੋਨ 'ਤੇ ਨਹੀਂ ਕਹਿਣਗੇ, ਮੈਨੀਫੈਸਟੋ ਰਾਹੀਂ ਕਰ ਦੇਣ ਤੇ ਵੈਲ ਐਂਡ ਗੁੱਡ, ਇੱਧਰ ਦੀ ਕਰਨਗੇ ਇਹਦੇ 'ਤੇ ਪਾਬੰਦੀ ਲੱਗੂਗੀ। ਹੁਣ ਆਪੋਜੀਸ਼ਨ ਇਹਦੇ 'ਤੇ ਪੂਰੇ ਦੀ ਪੂਰੀ ਤਿਆਰ ਹੋ ਗਈ ਆ ਇਹਦੇ 'ਤੇ ਲੜਾਈ ਕਰਨ ਲਈ ਕਿ ਅਸੀਂ ਨਹੀਂ ਅੱਗੇ ਇਸ ਤਰ੍ਹਾਂ ਦਾ ਆਉਣ ਦੇਵਾਂਗੇ ਫੈਸਲਾ। ਜਿਹੜਾ ਵੀ ਫੈਸਲਾ ਜਿੱਤ ਆਲਰੇਡੀ ਚੱਲ ਰਿਹਾ, ਜੋ ਅਸੀਂ ਬੋਲਣਾ ਚਾਹੁੰਦੇ ਅਸੀਂ ਬੋਲਾਂਗੇ, ਲੋਕਾਂ ਨਾਲ ਗੱਲਾਂ ਕਰਾਂਗੇ, ਲੋਕਾਂ ਨੂੰ ਆਪਣੇ ਮੈਸੇਜ ਦੇਵਾਂਗੇ ਔਰ ਫੇਸਬੁੱਕ 'ਤੇ ਆ ਕੇ ਗੱਲ ਕਰਾਂਗੇ ਔਰ ਟਵਿੱਟਰ 'ਤੇ ਆ ਕੇ ਗੱਲ ਕਰਾਂਗੇ, ਜਿੱਥੇ ਸੋਸ਼ਲ ਮੀਡੀਆ ਹੈਗਾ ਉਹਦੇ 'ਤੇ ਅਸੀਂ ਆਪਣੇ ਵਿਚਾਰ ਪ੍ਰਗਟ ਕਰਾਂਗੇ। ਔਰ ਵਿਚਾਰ ਪ੍ਰਗਟ ਕਰ ਸਕਦੇ ਆ, ਰੋਕਣਾ ਤਾਂ ਇਹਨਾਂ ਦੇ ਲਈ ਕੋਈ ਜ਼ਰੂਰੀ ਨਹੀਂ ਔਰ ਨਾ ਕਰ ਸਕਦੇ ਆ, ਕਿਉਂਕਿ ਜਦੋਂ ਡੈਮੋਕ੍ਰੇਸੀ ਨੂੰ ਅਸੀਂ ਪੜ੍ਹਦੇ ਹਾਂ, ਸੰਵਿਧਾਨ ਦੀਆਂ ਧਾਰਾ ਪੜ੍ਹਦੇ ਹਾਂ, ਆਪਣੇ ਫੰਡਾਮੈਂਟਲ ਰਾਈਟਸ ਪੜ੍ਹਦੇ ਹਾਂ, ਹੈ ਨਾ, ਜਿਹਦੇ ਵਿੱਚ ਮੁੱਢਲੇ ਅਧਿਕਾਰ ਨੇ, ਉਹਨਾਂ 'ਤੇ ਕੋਈ ਵੀ ਇਸ ਤਰ੍ਹਾਂ ਦੀ ਪਾਬੰਦੀ ਨਹੀਂ ਲੱਗ ਸਕਦੀ। ਆਜ਼ਾਦ ਭਾਰਤ ਹੈ, ਕੋਈ ਕਿਸੇ ਦੇ ਗੁਲਾਮ ਤਾਂ ਹੈ ਨਹੀਂ ਕਿ ਸਾਨੂੰ ਹਰ ਬੰਦਾ ਰੋਕ ਲਵੇ। ਹੁਣ ਸਾਡੇ ਚੈਨਲ ਆ, ਅਸੀਂ ਆਪਣੇ ਤਰੀਕੇ ਨਾਲ ਗੱਲ ਕਰਦੇ ਹਾਂ, ਲੋਕਾਂ ਦੀ ਨੁਮਾਇੰਦਗੀ ਕਰਦੇ ਹਾਂ ਐਕਚੁਅਲੀ। ਔਰ ਜਦੋਂ ਤੁਸੀਂ ਕਿਸੇ ਦਾ ਫੋਨ ਟੈਪ ਕਰਦੇ ਹੋ ਤਾਂ ਉਹਦੀ ਪ੍ਰਾਈਵੇਸੀ ਦੇ ਵਿੱਚ ਦਖਲ ਦਿੰਦੇ ਹੋ ਔਰ ਸਾਡੇ ਸੰਵਿਧਾਨ ਦੇ ਮੁਤਾਬਿਕ ਉਹ ਗੱਲ ਗਲਤ ਹੈ। ਕਿਸੇ ਦੀ ਪ੍ਰਾਈਵੇਸੀ ਦੇ ਵਿੱਚ ਸਾਨੂੰ ਦਖਲ ਦੇਣ ਦਾ ਕੋਈ ਹੱਕ ਨਹੀਂ ਹੈ। ਸੋ ਇਹ ਸਭ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਔਰ ਇਲੈਕਸ਼ਨਸ ਆ ਰਹੀਆਂ, ਦੇਖੋ ਕੀ ਹੁੰਦਾ ਹੋ ਰਿਹਾ, ਬੜੀਆਂ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ, ਨਵੇਂ ਰੰਗ ਤੇ ਨਵੇਂ ਇਲੈਕਸ਼ਨ, ਨਵਾਂ ਸਾਰਾ ਕੁਝ ਦੇਖੋ। ਔਰ ਇੱਕ ਗੱਲ ਫੋਰ ਸ਼ੋਰ ਹੈ, ਜਿੱਦਾਂ ਐਕਸਪਰਟਸ ਮੰਨਦੇ ਹੈ ਕਿ ਬੀਜੇਪੀ ਵਾਸਤੇ ਕੇਕ ਵਾਕ ਨਹੀਂ ਹੋਣ ਲੱਗੀ, ਉਹਨਾਂ ਨੂੰ ਬਹੁਤ ਸਟਰਗਲ ਕਰਨੀ ਪੈਣੀ ਹੈ ਜੋ ਇਸ ਇਲੈਕਸ਼ਨਸ ਨੂੰ ਜਿੱਤਣਾ ਚਾਹੁੰਦੇ ਨੇ, ਕਿਉਂਕਿ ਬਹੁਤ ਇੱਕ ਤਾਂ ਲੋਕਾਂ ਵੱਲੋਂ ਵੀ ਕਾਫੀ ਆਪਾਂ ਦੇਖਦੇ ਹਾਂ ਕਿ ਓਪੋਜੀਸ਼ਨ ਮਿਲ ਰਹੀ ਹੈ ਔਰ ਦੂਜਾ ਆਪਾਂ ਦੇਖਦੇ ਹਾਂ ਕਿ ਵਿਰੋਧੀ ਧਿਰਾਂ ਵੀ ਕਾਫੀ ਇਕੱਠੀਆਂ ਹੋ ਰਹੀਆਂ ਨੇ। ਸੋ ਇਹ ਤਮਾਮ ਗੱਲਾਂ ਚੱਲਦੀਆਂ ਪਈਆਂ ਜ਼ਰੂਰ। ਸੋ ਇਸੇ ਨਾਲ ਜੁੜਦੀ ਹੋਈ ਇੱਕ ਹੋਰ ਗੱਲ ਹੈ, ਆਮ ਆਦਮੀ ਪਾਰਟੀ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਔਰ ਮੋਦੀ ਸਾਹਿਬ ਦੇ ਪੋਸਟਰ ਲਗਾਏ ਜਾ ਰਹੇ ਨੇ ਕਿ ਦੇਸ਼ ਨੂੰ ਕਿੱਦਾਂ ਬਚਾਇਆ ਜਾ ਸਕਦਾ ਹੈ। ਇਹ ਤਮਾਮ ਗੱਲਾਂ ਹੋ ਰਹੀਆਂ ਨੇ, ਉਹਨਾਂ ਦੇ ਕੁਝ ਕਾਰਕੁਨ ਗ੍ਰਿਫਤਾਰ ਵੀ ਹੋਏ ਨੇ ਤੇ ਨਾਲ ਕੇਜਰੀਵਾਲ ਸਾਹਿਬ ਇਸ ਗੱਲ ਦੇ ਉੱਤੇ ਜ਼ੋਰ ਦੇਈ ਜਾ ਰਹੇ ਨੇ ਕਿ ਪ੍ਰਧਾਨ ਮੰਤਰੀ ਨੂੰ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ। ਮੋਦੀ ਸਾਹਿਬ ਦੀ ਡਿਗਰੀ ਬਾਰੇ ਗੱਲ ਕਰਦੇ ਨੇ। ਹਾਈ ਕੋਰਟ ਜੋ ਹੈ ਗੁਜਰਾਤ ਦਾ, ਉਹਨੇ ਇਸ ਗੱਲ ਨੂੰ ਲੈ ਕੇ ਕਾਫੀ ਇਹ ਰੁਖ ਅਪਣਾਇਆ ਹੈ ਕਿ ਤੁਸੀਂ ਇਸ ਤਰ੍ਹਾਂ ਨਹੀਂ ਲੈ ਸਕਦੇ ਜਾਣਕਾਰੀ ਕਿ ਉਹਨਾਂ ਦੀ ਡਿਗਰੀ ਦੇ ਬਾਰੇ ਜਾਣਕਾਰੀ, ਕਿਉਂਕਿ ਉਹ ਉਹਨਾਂ ਦੀ ਪ੍ਰਾਈਵੇਟ ਪ੍ਰਾਪਰਟੀ ਹੈ, ਉਹਨੂੰ ਜਨਤਕ ਕਰਨਾ ਚਾਹੁੰਦੇ ਨੇ, ਪਬਲਿਕ ਦੇ ਸਾਹਮਣੇ ਲਿਆਉਣਾ ਚਾਹੁੰਦੇ ਨੇ ਜਾਂ ਨਹੀਂ ਲਿਆਉਣਾ ਚਾਹੁੰਦੇ। ਤਾਂ ਇਹ ਸਾਰੀਆਂ ਗੱਲਾਂ ਉਹ ਕੋਰਟ ਕਹਿ ਰਹੀ ਹੈ। ਸੋ ਕੇਜਰੀਵਾਲ ਇਹ ਕਹਿ ਰਹੇ ਨੇ ਕਿ ਜਿਸ ਵੀ ਯੂਨੀਵਰਸਿਟੀ ਦੀ, ਜਿਸ ਵੀ ਕਾਲਜ ਦੀ ਉਹ ਡਿਗਰੀ ਹੈ ਉਹਨਾਂ ਦੀ, ਉਸ ਕਾਲਜ ਨੂੰ ਤੇ ਸਗੋਂ ਮਾਣ ਹੋਣਾ ਚਾਹੀਦਾ ਹੈ ਕਿ ਸਾਡਾ ਪੜ੍ਹਾਇਆ ਹੋਇਆ ਇੱਕ ਬੱਚਾ, ਸਾਡੇ ਸਕੂਲ ਦਾ, ਕਾਲਜ ਦਾ ਇੱਕ ਬੱਚਾ ਪ੍ਰਾਈਮ ਮਿਨਿਸਟਰ ਬਣ ਗਿਆ ਹੈ। ਤਾਂ ਉਹ ਦੱਸੋ ਇਹ ਕਿੱਥੋਂ ਪੜ੍ਹ ਕੇ ਆਏ ਨੇ। ਔਰ ਕਈ ਵਿਰੋਧੀ ਧਿਰਾਂ ਦੇ ਵਿੱਚ ਇਹ ਵੀ ਗੱਲਾਂ ਕਰਦੇ ਨੇ ਕਿ ਉਹਨਾਂ ਦੇ ਨਾਲ ਕੋਈ ਸਹਿਪਾਠੀ ਵੀ ਤਾਂ ਹੋਣਗੇ, ਇਕੱਲੇ ਥੋੜ੍ਹਾ ਪੜ੍ਹਦੇ ਹੋਣਗੇ, ਜਿਹੜੇ ਨਾਲ ਪੜ੍ਹਦੇ ਸੀ, ਕਲਾਸਮੇਟ ਸੀ, ਉਹ ਕਿੱਥੇ ਨੇ, ਜਿਹਨਾਂ ਟੀਚਰ ਸਾਹਿਬਾਨ ਨੇ ਉਹਨਾਂ ਨੂੰ ਪੜ੍ਹਾਇਆ ਉਹ ਕਿੱਥੇ ਨੇ, ਉਹ ਕੌਣ ਨੇ। ਨਾ ਕੋਈ ਟੀਚਰ ਸਾਹਮਣੇ ਆ ਰਹੇ ਨੇ, ਨਾ ਕੋਈ ਉਹਨਾਂ ਦੇ ਨਾਲ ਪੜ੍ਹਨ ਵਾਲੇ ਸਾਹਮਣੇ ਆ ਰਹੇ ਨੇ, ਨਾ ਕੋਈ ਕਾਲਜ ਬਾਰੇ ਗੱਲ ਹੋ ਰਹੀ, ਕੋਈ ਕਾਲਜ ਸਾਹਮਣੇ ਆ ਰਿਹਾ ਕਿ ਸਾਡੇ ਕੋਲ ਪੜ੍ਹਦੇ ਹੁੰਦੇ ਸੀ। ਇਹ ਜਿਹੜੀਆਂ ਡਿਗਰੀਆਂ ਨੇ, ਜਿੱਥੋਂ ਤੱਕ ਪੜ੍ਹੇ ਲਿਖੇ ਨੇ, ਇਹ ਡਿਗਰੀਆਂ ਕਿਹੜੇ ਕਾਲਜ ਦੀਆਂ ਨੇ, ਕਿਹੜੀ ਯੂਨੀਵਰਸਿਟੀ ਦੀਆਂ ਨੇ, ਇਹ ਤਮਾਮ ਗੱਲਾਂ ਹੋ ਰਹੀਆਂ ਨੇ। ਉਹਨਾਂ ਦੀ ਪੜ੍ਹਾਈ ਲਿਖਾਈ ਦੇ ਉੱਤੇ ਸਵਾਲੀਆ ਨਿਸ਼ਾਨ ਕੇਜਰੀਵਾਲ ਲਗਾ ਰਹੇ ਨੇ। ਜਿਸ ਤਰ੍ਹਾਂ ਤੁਸੀਂ ਪਹਿਲਾਂ ਇਸ਼ੂ ਲਿਆ ਸੀ, ਉਹਦੇ ਵਿੱਚ ਇਹ ਸੀਗਾ ਕਿ ਜਿਹੜੇ ਵੀ ਪੋਸਟਰ ਲੱਗੇ ਆ ਪ੍ਰਧਾਨ ਮੰਤਰੀ ਦੇ ਨਾਂ 'ਤੇ,
ਔਰ ਆਪ ਵੱਲੋਂ ਲਾਏ ਸੀ ਇਹਨਾਂ ਨੇ ਜਿੱਥੇ ਸੀ ਕਿ ਦੇਸ਼ ਬਚਾਓ ਮੋਦੀ ਹਟਾਓ, ਇਸ ਤਰ੍ਹਾਂ ਦੇ ਬਹੁਤ ਪੋਸਟਰ ਲੱਗੇ ਸੀ, ਨਾਅਰੇਬਾਜ਼ੀ ਸੀਗੀ, ਜਿਹਦੇ ਵਿੱਚ ਸਲੋਗਨ ਬਣਾ ਕੇ ਪਬਲਿਕ ਪਲੇਸ 'ਤੇ ਲਾਏ ਸੀ। ਮੈਟਰੋਪੋਲੀਟਨ ਸਿਟੀ ਜਿਹੜੀ ਹੈ ਉਹਦੇ ਚੁਰਾਹਿਆਂ, ਉਹਦੀਆਂ ਗਲੀਆਂ, ਉਹਦੇ ਸਾਰੇ ਚੌਂਕਾਂ ਦੇ ਵਿੱਚ ਲਾ ਦਿੱਤੇ ਸੀਗੇ। ਪਰ ਉਹਦੇ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਫੜੋ-ਫੜੀ ਕੀਤੀ ਔਰ ਉਹ 'ਚੋਂ ਆਪ ਦੇ ਕਾਫੀ ਨੇਤਾ, ਕਾਰਕੁਨ, ਮੈਂਬਰ ਫੜੇ ਔਰ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ 'ਤੇ ਤਾਰਾ ਲਾ ਕੇ ਅਰੈਸਟ ਕੀਤੇ ਆ। ਔਰ ਉਹ ਹੁਣ ਜੁਡੀਸ਼ਰੀ ਦੱਸੇਗੀ ਕਿ ਕਰ ਸਕਦੇ ਜਾਂ ਨਹੀਂ ਕਰ ਸਕਦੇ। ਉਹਨਾਂ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦਾ ਲਕੂਨਾ ਹੈਗਾ ਕਿ ਉਹਨਾਂ ਨੂੰ ਬਾਹਰ ਆਉਣ ਲਈ ਕਿੰਨਾ ਸਮਾਂ ਲੱਗਦਾ ਹੈ। ਔਰ ਹੌਲੀ ਹੌਲੀ ਇਹ ਨਹੀਂ ਹੋਏ ਕਿ ਜਦੋਂ ਗ੍ਰਿਫਤਾਰ ਹੋ ਗਏ ਤੇ ਬੰਦੇ ਉੱਧਰੋਂ ਇਲੈਕਸ਼ਨ ਆ ਗਈ ਤਾਂ ਉਹ ਬੰਦੇ ਅੰਦਰ ਰਹਿ ਗਏ। ਅੰਦਰ ਆਉਣ ਤੋਂ ਬਾਅਦ ਜੇ ਉਹ ਕਿਸੇ ਨੇ ਆਪਣੀ ਟਿਕਟ ਲੈ ਕੇ ਇਲੈਕਸ਼ਨ ਲੜਨੀ ਹੋਗੀ, ਉਹਨਾਂ ਦਾ ਤਾਂ ਸਮਾਂ ਗਿਆ 5 ਸਾਲ ਦਾ। ਔਰ ਉਹ ਵੀ ਇਸ ਤਰ੍ਹਾਂ ਦੀ ਇੱਕ ਛੜਯੰਤਰ ਚੱਲ ਰਿਹਾ। ਉਦੋਂ ਤੋਂ ਬਾਅਦ ਜਿਹੜਾ ਦੂਜਾ ਤੁਸੀਂ ਗੱਲ ਕੀਤੀ ਆ, ਜਿਹਦੇ ਵਿੱਚ ਮੋਦੀ ਸਾਹਿਬ ਦੀ ਜਿਹੜੀ ਡਿਗਰੀਆਂ ਬਾਰੇ ਗੱਲ ਹੋਈ ਆ ਕਿ ਕਿੰਨਾ ਪੜ੍ਹੇ ਨੇ, ਕਿੱਥੋਂ ਤੱਕ ਇਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਕਿੱਥੋਂ ਹੈ, ਉਹ ਮੁੱਦਾ ਸਭ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਉਠਾਇਆ ਸੀਗਾ। ਉਹਨਾਂ ਕਿਹਾ ਸੀਗਾ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਘੱਟ ਪੜ੍ਹਿਆ ਹੋਵੇ, ਉਸ ਦੇਸ਼ ਦੀ ਵਾਗਡੋਰ ਜਿਹਦੇ ਪ੍ਰਧਾਨ ਮੰਤਰੀ ਦੇ ਹੱਥ ਵਿੱਚ ਹੋਵੇ ਤਾਂ ਤੁਸੀਂ ਕੀ ਸੋਚੋਗੇ ਕਿ ਉਹ ਦੇਸ਼ ਕਿਸ ਤਰ੍ਹਾਂ ਤਰੱਕੀ ਕਰ ਸਕਦਾ। ਪਰ ਦੂਜੇ ਪਾਸੇ ਬੀਜੇਪੀ ਨੇ ਕਿਹਾ ਕਿ ਤੁਸੀਂ ਇਹ ਵੀ ਵੇਖੋ ਕਿ ਦੇਸ਼ ਕਿੱਥੇ ਤੱਕ ਕਿੱਥੇ ਉਦੋਂ ਬਾਅਦ ਅਸੀਂ ਪਹੁੰਚਾਇਆ, ਅਸੀਂ ਕੀ ਸਹੂਲਤਾਂ ਦਿੱਤੀਆਂ, ਕਿੰਨਾ ਵਿਕਾਸ ਕੀਤਾ, ਕਿੱਥੇ ਕਿੱਥੇ ਅਸੀਂ ਕੀ ਕੁਝ ਬਣਾ ਗਿਆ। ਉਹ ਵੀ ਉਹਨਾਂ ਨੇ ਇੱਕ ਫਰਦ ਬਣਾ ਕੇ ਇਹਨਾਂ ਨੂੰ ਪੇਸ਼ ਕਰਤੀ ਹੈ ਕਿ ਆਹ ਦੇਖੋ ਆਹ ਇਹਨਾਂ ਦੇ ਟਾਈਮ ਦੇ ਦੌਰਾਨ ਕੀ ਕੁਝ ਹੋਇਆ। ਔਰ ਦੂਜੀ ਗੱਲ ਰਹੀ ਇਹਨਾਂ ਦੀ ਕਿ ਇਹਨਾਂ ਦੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਸੀਗੀ ਉਹ ਇਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਦੱਸਿਆ ਕਿ ਉੱਥੋਂ ਉਹਨਾਂ ਨੇ ਪਾਸ ਕੀਤੀ ਹੈ। ਤੀਜੀ ਜਿਹੜੀ ਪੋਸਟ ਗ੍ਰੈਜੂਏਸ਼ਨ ਦੀ ਗੁਜਰਾਤ ਯੂਨੀਵਰਸਿਟੀ ਹੈ ਨਾਲ। ਔਰ ਉਦੋਂ ਬਾਅਦ ਇਹਨਾਂ ਨੇ ਆਪ, ਕੇਜਰੀਵਾਲ ਸਾਹਿਬ ਕਹਿ ਰਹੇ ਕਿ ਇਹਨਾਂ ਨੇ ਆਪ ਬੋਲਿਆ ਉਹਦੇ ਵਿੱਚ ਕਿ ਮੈਂ ਪ੍ਰਾਇਮਰੀ ਸਕੂਲ ਤੋਂ ਸਕੂਲਿੰਗ ਵਿਦਿਆ ਤੋਂ ਬਾਅਦ ਅੱਗੇ ਗਿਆ ਹੀ ਨਹੀਂਗਾ ਜਦੋਂ ਇਹਨਾਂ ਨੇ ਬੋਲਿਆ। ਔਰ ਇਹਨਾਂ ਨੇ ਕਿਹਾ ਕਿ ਮੇਰਾ ਕੋਈ ਇਸ ਤਰ੍ਹਾਂ ਦੇ ਪ੍ਰੋਫੈਸਰ ਜਾਣ ਪਛਾਣ 'ਚੋਂ ਨਹੀਂ ਜਿਹਨਾਂ ਕੋਲ ਮੈਂ ਪੜ੍ਹਿਆ ਹੋਵਾਂ। ਔਰ ਇਹਨਾਂ ਨੇ ਕਿਤੇ ਆਪਣੀ ਸਪੀਚ ਵਿੱਚ ਕਿਹਾ ਔਰ ਉਹ ਰਿਕਾਰਡਡ ਆ, ਉਹਨਾਂ ਨੇ ਕਿਹਾ ਕਿ ਆਹ ਵੀਡੀਓ ਦੇਖੋ ਕੀ ਕਹਿ ਰਹੇ ਆ। ਇਹਦੇ 'ਚ ਕਈ ਚੀਜ਼ਾਂ ਨੇ। ਇੱਕ ਤਾਂ ਹੁੰਦਾ ਬੰਦਾ ਰੈਗੂਲਰ ਸਟੂਡੈਂਟ ਹੁੰਦਾ ਹੈ, ਇੱਕ ਹੁੰਦਾ ਆਨਲਾਈਨ ਕੋਰਸਪੋਂਡੈਂਸ ਕੋਰਸ। ਆਨਲਾਈਨ ਉਦੋਂ ਹੈ ਨਹੀਂ ਸੀ ਜਦੋਂ ਇਹ ਪੜ੍ਹੇ, ਕੋਰਸਪੋਂਡੈਂਸ ਤੇ ਸੀ, ਕੋਰਸਪੋਂਡੈਂਸ ਹੈਗੀ ਸੀ ਕਿ ਤੁਸੀਂ ਪ੍ਰਾਈਵੇਟ ਪੜ੍ਹ ਸਕਦੇ ਹੋ ਤੁਸੀਂ ਨਾਲ, ਕਿਉਂਕਿ ਸ਼ੁਰੂ ਤੋਂ ਬੀਜੇਪੀ ਨਾਲ ਜੁੜੇ ਹੋਏ ਨੇ, ਸ਼ੁਰੂ ਤੋਂ ਉਹਨਾਂ ਦੇ ਕਾਰਜਕਰਤਾ ਰਹੇ ਨੇ, ਤਾਂ ਹੋ ਸਕਦਾ ਉਹਨਾਂ ਨੇ ਪ੍ਰਾਈਵੇਟ ਕੀਤੀ ਹੋਵੇ, ਕੋਰਸਪੋਂਡੈਂਸ ਕੀਤਾ ਹੋਵੇ, ਇਹ ਵੀ ਹੋ ਸਕਦਾ ਹੈ। ਪਰ ਜਦੋਂ ਬੋਲਦੇ ਤਾਂ ਅੱਛਾ, ਬੋਲਦੇ ਤਾਂ ਅੱਛਾ ਨੇ, ਵਕਤ ਅੱਛਾ ਨੇ, ਜਦੋਂ ਬੋਲਦੇ ਸੋਹਣਾ ਬੋਲਦੇ ਆ, ਗੱਲ ਜਦੋਂ ਦਲੀਲ ਦੇ ਕੇ ਬੋਲਦੇ ਆ। ਔਰ ਹਾਈ ਕੋਰਟ ਨੇ ਇਹ ਗੱਲ ਕਹੀ ਹੈ, ਜੋ ਗੁਜਰਾਤ ਦਾ ਹਾਈ ਕੋਰਟ ਹੈ, ਉਹਨੇ ਇਹ ਗੱਲ ਕਹੀ ਹੈ ਕਿ ਸਾਡਾ ਭਾਰਤ ਇਸ ਤਰ੍ਹਾਂ ਦਾ ਦੇਸ਼ ਹੈ ਹਜੇ ਵੀ ਕਿ ਐਜੂਕੇਸ਼ਨ ਹਰ ਥਾਂ ਤੇ ਨਹੀਂ ਪਹੁੰਚੀ। ਇਸ ਕਰਕੇ ਜੇ ਕੋਈ ਕਿਸੇ ਕਾਰਨ ਜਾਂ ਆਪਣੇ ਹਾਲਾਤ ਕਾਰਨ ਉਹ ਨਹੀਂ ਪੜ੍ਹ ਸਕਿਆ ਤਾਂ ਇਹ ਕੋਈ ਮਾਈਨਸ ਪੁਆਇੰਟ ਨਹੀਂ ਹੈ। ਇੱਕ ਬੰਦੇ ਦੇ ਅੰਦਰ ਕੈਪੇਬਿਲਿਟੀ ਹੋਣੀ ਚਾਹੀਦੀ ਹੈ। ਦੂਜੇ ਪੋਲੀਟੀਕਲ ਪੰਡਿਤ ਸੇ ਵੀ ਗੱਲ ਕਰਦੇ ਨੇ ਕਿ ਸਾਡੇ ਮਾਨਯੋਗ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ, ਉਹਨਾਂ ਦੀ ਵੀ ਜੇ ਡਿਗਰੀ ਔਰ ਕਲਾਸਿਸ ਦੇ ਬਾਰੇ ਗੱਲ ਕੀਤੀ ਜਾਵੇ, ਐਕੈਡੈਮਿਕ ਕੁਆਲੀਫਿਕੇਸ਼ਨ ਬਾਰੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੀ ਹਾਲਾਤ ਇਹੋ ਜਿਹੇ ਰਹੇ ਨੇ ਕਿ ਉਹ ਬਹੁਤੇ ਸਕੂਲਾਂ 'ਚ ਜਾਂ ਬਹੁਤੇ ਕਾਲਜਾਂ 'ਚ ਨਹੀਂ ਜਾ ਸਕੇ। ਇੱਕ ਉਹ ਵੀ ਗੱਲ ਉਹ ਪੋਲੀਟੀਕਲ ਪੰਡਿਤਸ ਕਹਿੰਦੇ ਨੇ ਜੋ ਇਹਨਾਂ ਦੀ ਫੇਵਰ 'ਚ ਗੱਲ ਕਰਦੇ ਨੇ। ਸੋ ਇੱਕ ਇਹ ਗੱਲ ਪੜ੍ਹੇ ਲਿਖੇ ਹੋਣਾ ਜਾਂ ਪੜ੍ਹੇ ਲਿਖੇ ਨਾ ਹੋਣਾ, ਡਿਗਰੀਆਂ ਪੜ੍ਹੇ ਲਿਖਾ ਪਾਪੰਦਾ ਕਹਿੰਦੇ ਕਿਹਨੂੰ ਆ? ਸਾਡੇ ਬਜ਼ੁਰਗ ਕਹਿੰਦੇ ਨੇ ਪੜ੍ਹਿਆ ਨਹੀਂ ਗੁੜਿਆ ਚਾਹੀਦਾ, ਬੰਦੇ ਨੂੰ ਐਕਸਪੀਰੀਅੰਸ ਚਾਹੀਦਾ, ਤਜਰਬਾ ਚਾਹੀਦਾ। ਹੁਣ ਗੱਲ ਇਹ ਹੈ ਕਿ ਉਹ ਚੀਫ ਮਿਨਿਸਟਰ ਵੀ ਰਹੇ ਨੇ ਗੁਜਰਾਤ ਦੇ, ਹੁਣ ਉਹ ਪ੍ਰਾਈਮ ਮਿਨਿਸਟਰ ਵੀ ਨੇ, 2 ਵਾਰੀ ਰਹਿ ਚੁੱਕੇ ਨੇ। ਹੁਣ ਤੁਸੀਂ ਡਿਗਰੀਆਂ ਦੀ ਗੱਲ ਕਰਦੇ ਪਏ ਹੋ, ਇਹ ਗੱਲ ਕਰਨ ਦੀ ਬਜਾਏ ਸਿੱਧੀ ਸਾਦੀ ਇਹ ਗੱਲ ਕਰੋ ਜੋ ਪੋਲੀਟੀਕਲ ਪੰਡਿਤ ਕਹਿੰਦੇ ਨੇ ਕਿ ਉਹਨਾਂ ਦੀ ਕਾਰਗੁਜ਼ਾਰੀ ਕਿੱਦਾਂ ਦੀ ਹੈ, ਉਹ ਕੀ ਕੰਮ ਕਰ ਰਹੇ ਨੇ, ਉਹਨਾਂ ਦੇ ਕੰਮਾਂ ਨੂੰ ਕ੍ਰਿਟਿਸਾਈਜ਼ ਕਰੋ। ਜਿੱਥੇ ਤੁਹਾਨੂੰ ਲੱਗਦਾ ਗਲਤੀ ਹੈ ਉਹਨਾਂ ਕੋਲੋਂ ਜਵਾਬ ਮੰਗੋ, ਜਿੱਥੇ ਜਵਾਬ ਮੰਗਣਾ ਚਾਹੀਦਾ ਹੈ। ਹੁਣ ਅੱਗੇ ਜਿਹੜੀਆਂ 2024 ਦੀਆਂ ਇਲੈਕਸ਼ਨਸ ਨੇ ਉਹਦੇ ਬਾਰੇ ਜਨਤਾ ਕੀ ਕਰਨਾ ਚਾਹੁੰਦੀ ਹੈ, ਇਹ ਜਨਤਾ ਦੇ ਉੱਤੇ ਡਿਪੈਂਡ ਕਰਦਾ ਹੈ, ਪਰਸਨਲ ਅਟੈਕਸ ਨਾਲ। ਵੈਸੇ ਜਦੋਂ ਇਲੈਕਸ਼ਨ ਹੁੰਦੀ ਆ, ਜਿਹੜੇ ਕੈਂਡੀਡੇਟ ਹੁੰਦਾ, ਉਮੀਦਵਾਰ ਹੁੰਦਾ, ਉੱਤੇ ਕੋਈ ਯੋਗਤਾ ਦਾ ਕੋਈ ਕਾਲਮ ਨਹੀਂ ਹੁੰਦਾ ਕਿ ਉਹਦੇ ਵਿੱਚ ਕਿੰਨੀ ਯੋਗਤਾ ਹੈਗੀ ਆ। ਉਹ 'ਚ ਹੁੰਦਾ ਕਿ ਭਾਰਤ ਦਾ ਨਾਗਰਿਕ ਹੋਵੇ, ਹੈ ਨਾ, ਪਾਗਲ ਜਾਂ ਦਿਵਾਲੀਆ ਨਾ ਹੋਵੇ, ਉਮਰ ਉਹਦੀ ਠੀਕ ਹੋਵੇ ਔਰ ਭਾਰਤ ਦੇ ਜਿੰਨੇ ਵੀ ਸੂਬੇ ਜਾਂ ਉਹਨਾਂ ਨਾਲ ਉਹਦਾ ਚੰਗਾ ਅਖਤਿਆਰ ਰਿਹਾ ਹੋਵੇ। ਇਹ ਹੁਣ ਇਹ ਸਰਪੰਚੀ ਕਰਕੇ ਤਾਂ ਆਏ ਨਹੀਂ ਸਿੱਧੇ, ਇਹ ਤਾਂ ਮੁੱਖ ਮੰਤਰੀ ਤੋਂ ਬਾਅਦ ਬਣੇ ਆ। ਉਦੋਂ ਤੱਕ ਕਿਸੇ ਵੀ ਆਪੋਜੀਸ਼ਨ ਨੇ ਇੱਦਾਂ ਦੀ ਗੱਲ ਨਹੀਂ ਕੀਤੀ। ਜਦੋਂ ਉੱਥੇ 5 ਸਾਲ ਮੁੱਖ ਮੰਤਰੀ ਰਹੇ ਗੁਜਰਾਤ ਦੇ, ਉਦੋਂ ਉਹਨਾਂ ਨੇ ਬਹੁਤ ਵਿਕਾਸ ਕੀਤਾ, ਸਾਰਾ ਕੁਛ ਕੀਤਾ। ਹੁਣ ਚੇਤਾ ਆ ਰਿਹਾ ਜਦੋਂ ਲੋਕ ਸਭਾ ਦੀ ਤੀਜੀ ਇਲੈਕਸ਼ਨ ਆ ਰਹੀ ਹੈ, 2 ਟਰਮਸ ਤਾਂ ਕੱਢ ਗਏ, ਉਦੋਂ 2 ਟਰਮਸ ਤੇ ਵੀ ਨਹੀਂ ਪਤਾ ਲੱਗਾ। ਔਰ ਜਿਹਦੇ ਵਿੱਚ ਇਹਨਾਂ ਨੇ ਗੱਲ ਕਰਨੀ ਉਸ ਪਾਸੇ ਨਹੀਂ ਆ ਰਹੇ ਕਿ ਜਿਹੜੀ ਇਲੈਕਸ਼ਨ ਦੇ ਵਿੱਚ ਇਲੈਕਟ੍ਰੋਨਿਕਸ ਮਸ਼ੀਨਾਂ ਨੇ
ਜਿਹ 'ਚ ਵੋਟਿੰਗ ਹੁੰਦੀ ਆ ਉਹ ਇੰਡੀਆ 'ਚ ਹੀ ਹੈਗੀ ਆ, ਬਾਹਰਲੇ ਦੇਸ਼ਾਂ ਵਿੱਚ ਨਹੀਂ ਹੈਗੀ। ਉਹਦੇ 'ਚ ਵੋਟ ਹੱਥ ਨਾਲ ਦੂਜੇ ਪਾਸੇ ਪਾਉਂਦੇ ਆ। ਉਸ ਗੱਲ ਵੱਲ ਨਹੀਂ ਆਏ ਜਿਹੜੀ ਐਕੂਰੇਟ ਗੱਲ ਹੈਗੀ ਆ, ਯੋਗਤਾ ਦੇ ਪਿੱਛੇ ਲੱਗੇ ਆ, ਕਿਉਂਕਿ ਇਹਦੇ 'ਚ ਕੈਪੇਬਿਲਿਟੀ ਹੈ। ਪ੍ਰਧਾਨ ਮੰਤਰੀ ਜਿਹੜੇ ਸਾਡੇ ਨੇ ਬੋਲਣ 'ਚ ਬਹੁਤ ਅੱਛੇ ਨੇ ਔਰ ਦਲੀਲ ਦੇ ਕੇ ਬੋਲਦੇ ਆ। ਔਰ ਜੇ ਅਸੀਂ ਇਹ ਗੱਲ ਕਰੀਏ ਓਰੇਟਰ ਦੀ ਗੱਲ ਕਰੀਏ ਤੇ ਮਨਮੋਹਨ ਸਿੰਘ ਜੀ ਸੀ ਉਹ ਘੱਟ ਬੋਲਦੇ ਸੀ। ਉਹ ਇਹਨਾਂ ਨੇ, ਹਾਲਾਂਕਿ ਉਹ ਬੜੇ ਇੰਟੈਲੈਕਚੁਅਲ ਬੰਦੇ ਸੀਗੇ, ਬੜੇ ਬੁੱਧੀਜੀਵੀ ਸੀਗੇ ਔਰ ਬਹੁਤ ਕੁਝ ਲਿਖਿਆ, ਅਰਥ ਸ਼ਾਸਤਰ ਦੇ ਯੋਗਤਾ ਨੂੰ ਜਾਣਨ ਵਾਲੇ ਸੀਗੇ, ਪਰ ਉਹਨਾਂ ਬੋਲਿਆ ਨਹੀਂ ਸੀ ਦਿੰਦਾ ਜਿੰਨਾ ਇਹ ਬੋਲਦੇ ਆ। ਔਰ ਇੱਕ ਘੰਟਾ 2-2 ਘੰਟੇ ਬੋਲਦੇ ਆ, ਵਧੀਆ ਬੋਲਦੇ ਆ। ਔਰ ਇਹ ਯੋਗਤਾ ਹੁੰਦੀ, ਇਹ ਯੋਗਤਾ ਯੈਸ ਇੰਟਰਨੈਸ਼ਨਲ ਲੈਵਲ ਤੇ ਵੀ ਆਪਣੇ ਐਕਸਪ੍ਰੈਸ ਅੱਛੇ ਕਰਨਾ ਵਕਤਾ ਮੰਨੇ ਜਾਂਦੇ ਨੇ ਔਰ ਅੱਛਾ ਬੋਲਦੇ ਨੇ ਜੀ। ਔਰ ਦੂਸਰਾ ਜੋ ਪੋਲੀਟੀਕਲ ਪੰਡਿਤਸ ਨੇ, ਐਕਸਪਰਟਸ ਨੇ, ਉਹ ਇਹ ਵੀ ਗੱਲ ਕਹਿੰਦੇ ਨੇ ਕਿ ਕੇਜਰੀਵਾਲ ਸ਼ਾਇਦ ਆਪਣੇ ਆਪ ਨੂੰ ਪ੍ਰੋਜੈਕਟ ਕਰਨਾ ਚਾਹੁੰਦੇ ਨੇ ਕਿ ਮੈਂ ਪੜ੍ਹਿਆ ਲਿਖਿਆ ਔਰ ਮੈਂ ਆਫਿਸਰ ਰਿਹਾ, ਇਸ ਕਰਕੇ ਤੁਸੀਂ ਮੇਰੇ ਅੰਦਰ ਪ੍ਰਧਾਨ ਮੰਤਰੀ ਦੇਖ ਸਕਦੇ ਹੋ। ਕਿਉਂਕਿ ਲੋਕ ਇਹ ਕਿਆਸ ਰਾਈਆਂ ਲਗਾ ਰਹੇ ਨੇ ਕਿ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਨੂੰ ਪ੍ਰੋਜੈਕਟ ਕਰਨਾ ਚਾਹੁੰਦੇ ਨੇ 2024 ਦੀਆਂ ਇਲੈਕਸ਼ਨਸ ਦੇ ਵਿੱਚ ਐਜ਼ ਪ੍ਰਾਈਮ ਮਿਨਿਸਟਰ ਆਫ ਇੰਡੀਆ। ਐਕਚੁਅਲੀ ਜਿਹੜਾ ਆਫਿਸਰ ਆ ਤਾਂ ਨੇਤਾ 'ਚ ਬੜਾ ਕੋਹਾਂ ਕਾਫਾਂ ਦਾ ਫਰਕ ਹੁੰਦਾ। ਜਿਹੜਾ ਨੇਤਾ ਵਾ, ਆਗੂ ਆ, ਉਹ ਦੂਜੇ ਤਰੀਕੇ ਨਾਲ ਲੋਕਾਂ ਨਾਲ ਦੇਖ ਰਿਹਾ ਸਾਰਾ ਕੁਝ। ਜਿਹੜਾ ਆਫਿਸਰ ਆ ਉਹ ਆਪਣੀ ਆਫਿਸਰੀ ਔਰ ਆਪਣੀ ਯੋਗਤਾ, ਆਪਣੀ ਐਜੂਕੇਸ਼ਨ ਦਾ ਥੋੜਾ ਬਹੁਤ ਕਹਿੰਦਾ। ਉਹ ਅੰਗਰੇਜ਼ੀ ਬੋਲੂ ਉਹਨਾਂ ਨਾਲ, ਕਈ ਭਾਸ਼ਾ ਬੋਲੂਗਾ, ਫਿਰ ਬੰਦਿਆਂ ਨੂੰ ਖੜਾ ਹੀ ਰਹਿਣ ਦੂਗਾ। ਨੇਤਾ ਨੂੰ ਹੁੰਦਾ ਆਪ ਉੱਠ ਕੇ ਮਿਲਦੇ ਆ, ਹੱਥ ਜੋੜ ਕੇ ਮਿਲਦੇ ਆ, ਸਾਰਾ ਕੁਝ ਉਹਨਾਂ ਨੂੰ ਪਤਾ ਕਿ ਇਹਨਾਂ ਨੇ ਸਾਨੂੰ ਨੁਮਾਇੰਦੇ ਬਣਾ ਕੇ ਇੱਥੇ ਭੇਜਿਆ। ਆਫਿਸਰ ਤੇ ਇਹਦੇ 'ਚ ਬੜਾ ਫਰਕ ਹੁੰਦਾ। ਬਹੁਤ ਗੱਲਾਂ ਹੋ ਰਹੀਆਂ ਨੇ ਕਿ ਇਹ ਆਪਣੇ ਆਪ ਨੂੰ ਪ੍ਰੋਜੈਕਟ ਕਰਨਾ ਚਾਹੁੰਦੇ ਨੇ ਕੇਜਰੀਵਾਲ ਐਜ਼ ਪ੍ਰਾਈਮ ਮਿਨਿਸਟਰ ਆਫ ਇੰਡੀਆ, ਇਹ ਵੀ ਗੱਲ ਆ ਰਹੀ ਹੈ। ਦੂਜੇ ਪੁਆਇੰਟ ਇਹ ਚੁੱਕਦੇ ਨੇ ਜੋ ਐਕਸਪਰਟਸ ਨੇ ਕਿ ਇਹ ਖੁਦ ਆਫਿਸਰ ਨੇ ਔਰ ਕਿਸੇ ਵਕਤ ਇਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਕਿਹਾ ਸੀ ਮੇਰਾ ਆਫਿਸਰ ਭਾਈ, ਤੇ ਜਦੋਂ ਸਰਕਾਰ ਬਣੀ ਉਹ ਵੀ ਜਿੱਤੇ, ਉਹਨਾਂ ਨੂੰ ਕੋਈ ਪੋਰਟਫੋਲੀਓ ਨਹੀਂ ਦਿੱਤਾ ਗਿਆ, ਮਿਨਿਸਟਰ ਵਿਦਆਊਟ ਪੋਰਟਫੋਲੀਓ। ਕਿਉਂ ਨਹੀਂ ਉਹਨਾਂ ਦੇ ਐਕਸਪੀਰੀਅੰਸ ਦਾ ਤੁਸੀਂ ਫਾਇਦਾ ਲਿੱਤਾ? ਕਿਉਂ ਨਹੀਂ ਉਹਨਾਂ ਨੂੰ ਕੋਈ ਮਿਨਿਸਟਰੀ ਦਿੱਤੀ? ਕਾਰਨ ਕੀ ਹੈ? ਕੁਝ ਲੋਕ ਕਹਿੰਦੇ ਨੇ ਕਿ ਇਹ ਵੀ ਹੋ ਸਕਦਾ ਕਿ ਉਹ ਆਪਣੀ ਕਾਬਲੀਅਤ ਸਾਬਿਤ ਕਰਦੇ, ਉਹਨਾਂ ਦਾ ਕੱਦ ਵੱਡਾ ਹੋ ਜਾਂਦਾ, ਫਿਰ ਉਹਨਾਂ ਨੂੰ ਕਾਬੂ ਕਿਵੇਂ ਕਰਦੇ ਜੇ ਉਹਨਾਂ ਦਾ ਕੱਦ ਵੱਡਾ ਹੋ ਜਾਂਦਾ? ਕਿਉਂਕਿ ਸਿਆਸਤ ਹੈ, ਦੂਜਾ ਦਿਖਣਾ ਨਹੀਂ ਚਾਹੀਦਾ। ਪੰਜਾਬ ਦੇ 92 ਜਿਹੜੇ MLA ਨੇ ਜਾਂ ਮੰਤਰੀ ਬਣ ਗਏ ਨੇ, ਉਹਨਾਂ 'ਚ ਤੁਸੀਂ ਸੋਚਦੇ ਹੋਗੇ ਕਿ ਬੜੇ ਵੱਡੇ ਨੇਤਾ ਰਹੇ ਜਾਂ ਬਹੁਤ ਵੱਡੇ ਯੋਗਤਾ ਰੱਖ ਕੇ ਪੜ੍ਹਨ ਵਾਲੇ ਨੇ। ਸਰਕਾਰ ਚੱਲ ਰਹੀ ਹੈ, ਸਰਕਾਰ ਨੂੰ ਕੋਈ ਨਹੀਂ, ਕਿਉਂਕਿ ਪਿੰਡਾਂ 'ਚੋਂ ਆਉਣ ਵਾਲੇ ਨੂੰ ਬੜਾ ਪਤਾ ਹੁੰਦਾ, ਸ਼ਹਿਰ 'ਚ ਰਹਿਣ ਵਾਲੇ ਨੂੰ ਬਹੁਤ ਪਤਾ ਹੁੰਦਾ। ਜਿਹੜਾ ਲੋਕ ਧਰਤੀ ਨਾਲ ਤੁਰੇ ਫਿਰਦੇ ਨੇ ਉਹਨਾਂ ਨੂੰ ਪਤਾ ਸਮੱਸਿਆ ਕੀ ਹੈਗੀ। ਜੇ ਤੁਸੀਂ ਦਿੱਲੀ ਦੇ ਪਾਰਲੀਮੈਂਟ 'ਚ ਬਹਿ ਕੇ ਗੱਲ ਕਰੋਗੇ ਉਹ ਗੱਲ ਨਹੀਂ ਲੋਕਾਂ ਨੂੰ ਸਮਝ ਆਊਗੀ। ਜਿਹੜੀ ਲੋਕਾਂ ਦੀਆਂ ਗਲੀਆਂ 'ਚ, ਲੋਕਾਂ ਦੇ ਚੌਂਕਾਂ 'ਚ, ਲੋਕਾਂ ਦੇ ਕੋਲ ਬਹਿ ਕੇ ਬੋੜਾਂ ਦੀਆਂ ਛਾਵਾਂ ਥੱਲੇ ਲੋਕਾਂ ਦੇ ਨਾਲ ਗੱਲ ਕਰੋਗੇ, ਉਹ ਸਿਆਸਤ ਹੋਰ ਆ। ਉੱਥੋਂ ਤੱਕ ਲੋਕਾਂ ਦਾ ਪਤਾ ਲੱਗੂ ਵੀ ਆਹ ਗੱਲ ਹੈਗੀ। ਜਿਹੜੀ ਦਿੱਲੀ ਤੋਂ ਬਹਿ ਕੇ ਗੱਲ ਕਰਨੀ ਜਾਂ ਚੰਡੀਗੜ੍ਹ ਦੀ ਵਿਧਾਨ ਸਭਾ ਤੋਂ ਗੱਲ ਕਰਨੀ, ਉਹ ਲੋਕਾਂ ਦੀ ਸਮਝ ਨਹੀਂ ਆਊਗੀ। ਸਮਝ ਉਹ ਆਊਗੀ ਲੋਕ ਜਿਹੜੀ ਉਹਨਾਂ ਦੇ ਚੌਕ ਚੌਰਾਹਿਆਂ ਦੀ ਗੱਲ ਹੈ, ਜੋ ਲੋਕਾਂ ਦੇ ਪਿੰਡਾਂ ਦੀ ਗੱਲ ਹੈ, ਪੰਚਾਇਤਾਂ ਦੀ ਗੱਲ, ਦੇਖੋ ਧਰਤੀ ਦੀ ਗੱਲ। ਯੈਸ, ਜਦੋਂ ਆਪਣੀ ਪੰਜਾਬ ਦੀ ਗਵਰਨਮੈਂਟ ਫਾਰਮ ਹੋ ਰਹੀ ਸੀ, ਪੋਰਟਫੋਲੀਓਜ਼ ਵੰਡੇ ਜਾ ਰਹੇ ਸੀ, ਉਦੋਂ 90% ਲੋਕ ਇਹ ਕਹਿ ਰਹੇ ਸੀਗੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹੋਮ ਮਿਨਿਸਟਰ ਬਣਾਇਆ ਜਾਏ। ਸਹੀ ਗੱਲ, ਸਹੀ। ਲੇਕਿਨ ਉਹ ਨਹੀਂ ਹੋਇਆ। ਉਹ ਨਹੀਂ। ਉਹਦੇ ਕਾਰਨ ਉਹਨਾਂ ਦਾ ਤਜਰਬਾ ਸਟੇਟ ਨੂੰ ਕਿਉਂ ਨਾ ਮਿਲੇ, ਉਹਨਾਂ ਦੇ ਤਜਰਬੇ ਦਾ ਫਾਇਦਾ ਸਟੇਟ ਨੂੰ ਕਿਉਂ ਨਾ ਮਿਲੇ? ਉੱਤੇ ਤੁਸੀਂ ਸਿਆਸਤ ਦੇਖ ਰਹੇ ਹੋ, ਐਕਸਪਰਟਸ ਇਹ ਕਹਿੰਦੇ ਨੇ ਕਿ ਕਿਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕੱਦ ਵੱਡਾ ਨਾ ਹੋ ਜਾਏ। ਸਿਆਸਤ ਦੇ ਵਿੱਚ ਦੂਜਾ ਬੰਦਾ ਦਿਖਣਾ ਨਹੀਂ ਚਾਹੀਦਾ, ਸਿਰਫ ਅਸੀਂ ਦਿਖਣੇ ਚਾਹੀਦੇ ਆ। ਇਹ ਵੀ ਇਹਦੇ ਪਿੱਛੇ ਗੇਮ ਹੈ, ਖਿੱਚਾ ਧੋਈ ਹੁੰਦੀ ਹੈ, ਇਹ ਵੀ ਗੇਮ ਹੈ, ਇਹ ਵੀ ਐਕਸਪਰਟਸ ਮੰਨਦੇ ਨੇ। ਸੋ ਇਹ ਟੋਟਲ ਕੁੱਲ ਮਿਲਾ ਕੇ ਹੁਣ ਗੱਲ ਇਹ ਹੈ ਕਿ ਗੱਲ ਇੱਥੇ ਆਣੀ ਚਾਹੀਦੀ ਹੈ ਕਿ ਕੌਣ ਕਾਬਿਲ ਹੈ, ਕੌਣ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦਾ ਹੈ ਔਰ ਕਿਸ ਨੇ ਕਿਹੜੀਆਂ ਗਲਤੀਆਂ ਕੀਤੀਆਂ, ਉਹ ਗਲਤੀਆਂ ਦਾ ਕਿੱਦਾਂ ਸੁਧਾਰ ਕੀਤਾ ਜਾਏ। तमाम ਗੱਲਾਂ ਇਹ ਨੇ ਕਿ ਲੋਕਾਂ ਵਾਸਤੇ ਕੰਮ ਕਿੱਦਾਂ ਕਰਨਾ ਹੈ ਔਰ ਅਰਥ ਵਿਵਸਥਾ ਕਿੱਥੇ ਖੜੀ ਹੈ, ਲੋਕਾਂ ਦਾ ਜੀਵਨ ਸ਼ੈਲੀ ਕਿੱਥੇ ਖੜੀ ਹੈ। तमाम ਚੀਜ਼ਾਂ ਇਹ ਨੇ ਔਰ 2024 ਦੀਆਂ ਇਲੈਕਸ਼ਨਸ ਬਹੁਤ ਡਿਸਾਈਸਿਵ ਹੋਣ ਵਾਲੀਆਂ ਨੇ। ਬਹੁਤ ਜ਼ਿਆਦਾ ਕੜਾ ਸੰਘਰਸ਼ ਹੋਣਾ ਹੈ ਪਾਰਟੀਆਂ ਦਾ ਆਪਸ। ਸਹੀ ਗੱਲ। ਸੋ ਆਪਾਂ ਅੱਗੇ ਵਧੀਏ ਜੀ। ਦਵਾਈਆਂ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਕਿ ਦਵਾਈਆਂ ਮਹਿੰਗੀਆਂ ਹੋ ਗਈਆਂ, ਆਮ ਜਨਤਾ ਦੇ ਕੋਲ ਇੰਨਾ ਪੈਸਾ ਨਹੀਂ ਹੈ। ਵਿਰੋਧੀ ਧਿਰਾਂ ਨੇ ਫਿਰ ਇੱਕ ਸਵਾਲ ਉਠਾਇਆ ਹੈ ਕਿ ਜ਼ਿਆਦਾ ਮਹਿੰਗੀਆਂ ਦਵਾਈਆਂ, ਜ਼ਿਆਦਾ ਮਹਿੰਗੇ ਹਸਪਤਾਲ ਦਾ ਮਤਲਬ ਆਮ ਆਦਮੀ ਦੀ ਜੇਬ ਕੱਟੀ ਜਾ ਰਹੀ ਹੈ। ਸੋ ਇਹਦੇ ਲਈ ਸਰਕਾਰ ਕੀ ਕਦਮ ਚੁੱਕ ਰਹੀ ਹੈ, ਇਹ ਓਪੋਜੀਸ਼ਨ ਸਵਾਲ ਕਰ ਰਹੀ ਹੈ ਮੌਜੂਦਾ ਸਰਕਾਰ ਕੋਲੋਂ। ਇਹ ਹੁਣੇ ਜਿਹੜੀਆਂ ਦਵਾਈਆਂ ਨੇ ਕੁਝ % ਇਹਨਾਂ ਨੇ ਉਹਨਾਂ ਦੇ ਰੇਟ ਵਧਾ ਦਿੱਤੇ ਆ ਔਰ ਉਹਦੇ 'ਚ ਇਹ ਹੋਇਆ ਕਿ ਪਾਰਲੀਮੈਂਟ 'ਚੋਂ ਪਰਮਿਸ਼ਨ ਹੋਈ ਹੈ, ਕਿਉਂਕਿ ਨੈਸ਼ਨਲ ਕਾਉਂਸਲ ਆਫ ਮੈਡੀਕਲ ਜਿਹੜੀ ਹੈ ਇਹਦੇ ਅੰਡਰ ਹੁੰਦਾ ਸਾਰਾ ਕੁਝ ਔਰ ਉਹਨਾਂ ਕੋਲ ਅਪਰੂਵਲ ਮੰਤਰੀ ਮੰਡਲ ਕੋਲ ਲੈਣੀ ਹੁੰਦੀ ਤਾਂ ਉਹਦੇ 'ਚ ਪ੍ਰਧਾਨ ਮੰਤਰੀ ਜੀ ਅੱਗੇ ਹੁੰਦੇ ਆ। ਔਰ ਇਹਦੇ 'ਚ ਇਹ ਦੱਸਿਆ ਗਿਆ, ਜਿਹੜੀਆਂ ਆਪ ਪਾਰਟੀ ਉਹਨਾਂ ਨੇ ਕਹਿਤਾ ਕਿ ਸਾਰੀ ਸਪਾਰੀ ਦਾ ਮਸਲਾ, ਇਹ 'ਚੋਂ ਪੈਸਾ ਆਇਆ ਇਹਨਾਂ ਨੂੰ, ਪੈਸਾ ਆਉਣ ਤੋਂ ਬਾਅਦ ਇਹਨਾਂ ਨੇ ਉੱਤੇ ਕੋਈ ਨਾ ਨੁਕਰ ਨਹੀਂ ਕੀਤੀ,
ਕੋਈ ਗੱਲ ਨਹੀਂ, ਕੋਈ ਚੁੱਪ ਵੱਟੀ ਪਈ ਆ ਤੇ ਜਿਹਦੇ 'ਚ ਲੋਕ ਚ ਪਿਸ ਰਹੇ ਆ। ਜਿਹੜੇ ਗਰੀਬ ਆਦਮੀ ਨੇ ਦਵਾਈ ਕਿੱਦਾਂ ਲੈਣਗੇ? ਇੱਕ ਪੱਤਾ ਜਿਹੜਾ 10 ਗੋਲੀਆਂ ਦਾ ਪੱਤਾ ਉਹੀ ਜਿਹੜਾ 100 ਦਾ ਸੀ ਉਹੀ 150 ਦਾ 200 ਦਾ ਹੋ ਗਿਆ। ਔਰ ਉਹ ਕਹਿੰਦੇ ਨੇ ਕਿ ਲੋਕਾਂ ਦੀ ਆਮਦਨ ਤਾਂ ਉਨੀ ਨਹੀਂ ਜਿੰਨੀ ਦਵਾਈਆਂ ਦੇ ਰੇਟ ਵਧਾ ਦਿੱਤੇ ਆ। ਜਦੋਂ ਕਿ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਸੀਗਾ ਕਿ ਅਸੀਂ ਦਵਾਈਆਂ, ਉਹਨਾਂ 'ਚ ਜਿਹੜੀਆਂ ਸਿਹਤ ਸਹੂਲਤਾਂ, ਉਹਨਾਂ ਦਾ ਰਹਿਣ ਸਹਿਣ, ਉਹ ਸਾਰਾ ਕੁਝ ਅਸੀਂ ਆਪਣੇ ਤਰੀਕੇ ਨਾਲ ਪਹਿਲੀਆਂ ਸਰਕਾਰਾਂ ਨਾਲੋਂ ਬਹੁਤ ਥੱਲੇ ਦੇਵਾਂਗੇ। ਉਹ ਕਹਿੰਦੇ ਹੁਣ ਅਸਮਾਨਾਂ ਨੂੰ ਛੂਹ ਗਿਆ। ਕੀ ਗੱਲ ਹੈਗੀ ਇਹਦੇ 'ਚ? ਇਹਦਾ ਮਤਲਬ ਕੁਝ ਏਜੰਸੀਆਂ, ਕੁਝ ਜਿਹੜੀਆਂ ਬਣਾ ਰਹੀਆਂ ਮੈਡੀਕਲ ਦੀਆਂ ਦਵਾਵਾਂ, ਪ੍ਰੋਡਕਟ ਬਣਾ ਰਹੇ ਆ, ਉਹ ਸਾਰਾ ਕੁਝ ਮਿਲੀ ਭੁਗਤ ਨਾਲ ਹੈਗਾ। ਉਹ ਪੈਸਾ ਇਹਨਾਂ ਦੇ ਪਹਿਲੋਂ ਦੇ ਦਿੱਤਾ, ਉਹਨਾਂ ਨੇ ਰੇਟ ਵਧਾ ਦਿੱਤੇ। ਇਸੇ ਕਰਕੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਸੀ, ਸਕੂਲਾਂ ਦੇ ਵਿਦਿਆਰਥੀ ਜਿਹੜੇ ਪੜ੍ਹਦੇ ਸੀਗੇ, ਜਿਹੜੇ ਪ੍ਰਾਈਵੇਟ ਸਕੂਲ ਸੀ, ਉਹਨਾਂ ਦੀਆਂ ਫੀਸਾਂ ਵੱਧਦੀਆਂ ਜਾ ਰਹੀਆਂ ਸੀ। ਉਹਨਾਂ ਦੀ ਜਰਾਬਾਂ ਦੇ ਮਹਿੰਗੀਆਂ, ਉਹਨਾਂ ਦੀਆਂ ਕਿਤਾਬਾਂ ਮਹਿੰਗੀਆਂ, ਉਹਨਾਂ ਦੀਆਂ ਕਲਮ ਦਵਾਤਾਂ ਮਹਿੰਗੀਆਂ, ਸਾਰਾ ਕੁਝ। ਇਹ ਭਗਵੰਤ ਸਰਕਾਰ ਦਾ ਜਦੋਂ ਆਈ ਹੈ, ਇਹਨਾਂ ਨੇ ਉੱਤੇ ਰੋਕ ਲਾਈ ਸੀ ਕਿ ਜਿਹੜਾ ਵੀ ਇਹ ਦੁਕਾਨਦਾਰੀ ਬੰਦ ਕੀਤੀ ਜਾਊਗੀ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਵੀ ਲੋਕਾਂ ਨੂੰ, ਬੱਚਿਆਂ ਨੂੰ ਕੱਪੜਾ ਲੱਤਾ ਜਾਂ ਜੋ ਮਿਲਦਾ, ਯੂਨੀਫਾਰਮ ਅਸੀਂ ਫ੍ਰੀ ਦੇਵਾਂਗੇ। ਜਿਹੜੇ ਵੀ ਸਕੂਲਾਂ 'ਚ ਬੱਚੇ ਨੇ, ਕਿਤਾਬਾਂ ਕਾਪੀਆਂ ਉਹਨਾਂ ਨੂੰ ਜੈਨੂਨ ਰੇਟ 'ਤੇ ਮਿਲਣਗੀਆਂ। ਉੱਤੇ ਕੰਟਰੋਲ ਕੀਤਾ। ਇਸੇ ਤਰ੍ਹਾਂ ਦਾ ਕੰਟਰੋਲ ਸੈਂਟਰ ਨੂੰ ਵੀ ਕਰਨਾ ਚਾਹੀਦਾ ਸੀ, ਕਿਉਂਕਿ ਦਵਾਈ, ਸਿਹਤ ਸਹੂਲਤਾਂ ਬਿਲਕੁਲ ਬੰਦੇ ਲਈ ਇੱਕ ਜਿਹੜਾ ਦੂਜੀ ਜ਼ਿੰਦਗੀ ਹੁੰਦੀ ਹੈ। ਜੇ ਅਸੀਂ ਉਹਦਾ ਨਹੀਂ, ਗੌਰਮੈਂਟ ਨਹੀਂ ਖਿਆਲ ਰੱਖਦੀ ਤੇ ਉਹਦੇ 'ਤੇ ਲੋਕ ਤੰਗ ਹੋਣਗੇ, ਪਬਲਿਕ ਤੰਗ ਹੋਣਾ। ਨੇਤਾ ਨੂੰ ਤੰਗ ਨਹੀਂ ਹੋਣ, ਕਿਉਂਕਿ ਇਹਨਾਂ ਨੇ ਤਾਂ ਕਹਿ ਦਿੱਤਾ, ਪੰਜਾਬ ਗੌਰਮੈਂਟ ਨੇ, ਜਿਹੜੇ ਮੰਤਰੀ ਨੇ, ਵਿਧਾਇਕ ਨੇ, ਉਹਨਾਂ ਨੂੰ ਜਿਹੜਾ ਸਹੂਲਤ, ਜਿਹੜੀ ਸਿਹਤ ਸਹੂਲਤ ਫ੍ਰੀ ਮਿਲੂਗੀ। ਉਹਦੇ 'ਚ ਜੋ ਕੁਛ ਉਹਨਾਂ ਦਾ ਆਪਰੇਸ਼ਨ ਹੋਣਾ, ਉਹਨਾਂ ਦੀਆਂ ਅੱਖਾਂ ਖਰਾਬ ਨੇ, ਉਹਨਾਂ ਦਾ ਆਪਰੇਸ਼ਨ ਹੋਣਾ, ਸਰਜਰੀ ਹੋਣੀ ਹੈ, ਸਾਰਾ ਕੁਝ ਫ੍ਰੀ, ਸਾਰਾ ਕੁਝ ਹੋਊਗਾ। ਇੱਕ ਪਾਸੇ ਪੈਨਸ਼ਨਾਂ ਘੱਟ ਕੀਤੀਆਂ, ਇੱਕ ਬੰਦੇ ਨੂੰ, ਇੱਕ ਐਮਐਲਏ ਨੂੰ ਇੱਕ ਪੈਨਸ਼ਨ ਕੀਤੀ। ਫਿਰ ਉਹਨਾਂ 'ਤੇ ਜਿਹੜੀ ਸੀਗਾ ਲੈ ਰਹੇ ਸੀ ਇਨਕਮ ਟੈਕਸ ਦਾ, ਉਹ ਗੌਰਮੈਂਟ ਭਰਦੀ ਸੀ, ਉਹ ਸਾਰਾ ਕੁਝ ਇਹਨਾਂ ਨੇ ਕੱਟ ਲਿਆ। ਦੂਜੇ ਪਾਸੇ ਫੇਰ ਦੇ ਦਿੱਤਾ। ਉਹ ਇੱਕ ਹੱਥ ਨਾਲ ਖਿੱਚਿਆ, ਦੂਜੇ ਹੱਥ ਨਾਲ ਵੰਡ ਰਿਹਾ। ਇਹੀ ਹਾਲ ਸੈਂਟਰ 'ਤੇ ਹੈਗਾ। ਆਮ ਆਦਮੀ ਜਿਹੜਾ ਦੂਜਾ ਨਾਗਰਿਕ ਆ, ਉਹ ਵਿਚਾਰਾ ਪਿਸ ਜਾਂਦਾ ਹਰ ਪਾਸੇ। ਦੁੱਧ ਮਹਿੰਗਾ ਜੀ, ਚੀਨੀ ਮਹਿੰਗੀ ਹੈ ਜੀ, ਪੱਤੀ ਮਹਿੰਗੀ ਹੈ ਜੀ, ਹੈ ਨਾ। ਜਿਹੜੇ ਰੋਜ਼ਮर्रा ਦੀ ਚੀਜ਼ਾਂ ਨੇ, ਆਟਾ ਨਹੀਂ ਮਿਲ ਰਿਹਾ, ਉਹ ਚੀਜ਼ਾਂ ਜਿਹੜੀਆਂ ਇਹ ਆਮ ਆਦਮੀ ਨੂੰ ਪਤਾ, ਜਿਹਦੇ ਕੋਈ ਇੱਕੋ ਛੱਤ ਵਿਚਾਰ, ਕੋਈ ਘਰ ਨਹੀਂ, ਬਾਹਰ ਨਹੀਂ, ਹੈ ਨਾ। ਉਹਦੇ ਲਈ ਹੈਗਾ। ਨੇਤਾ ਨੂੰ, ਐਮਐਲਏ ਨੂੰ, ਐਮਪੀ ਨੂੰ ਇਹਦਾ ਮਤਲਬ ਕੋਈ ਨਹੀਂ, ਉਹਦਾ ਤਾਂ ਸਾਰਾ ਕੁਝ ਹੋਏਗਾ। ਜੇ ਐਮਪੀ ਜਦੋਂ ਉੱਥੇ ਜਾ ਰਹੇ ਆ ਤੇ ਉਹਨਾਂ ਦੀ ਕੰਟੀਨ, ਪਾਰਲੀਮੈਂਟ 'ਚ ਕੰਟੀਨ 'ਚ ਬਿਲਕੁਲ ਸਸਤਾ ਫੂਡ ਹੈ, ਸਾਰਾ ਕੁਝ, ਔਰ ਕੁਆਲਿਟੀ ਵਾਲਾ। ਉਹ ਤਾਂ ਆਪਣਾ ਉੱਥੋਂ ਢਿੱਡ ਭਰ ਕੇ ਆ ਜਾਂਦੇ, ਸਾਰਾ ਕੁਝ ਹੈਗਾ। ਪਰ ਉਹ ਆਦਮੀ ਕੌਣ ਜਿੱਥੇ ਬਾਕੀ ਖੜੇ ਨੇ, ਜਿਹੜੇ ਆਮ ਲੋਕ ਨੇ, ਜਿਹੜੇ ਪਬਲਿਕ ਆ, ਪਬਲਿਕ ਦਾ ਕੌਣ ਜ਼ਿੰਮੇਵਾਰ ਆ? ਉਹ ਤਾਂ ਵਿਚਾਰੇ ਉੱਥੇ ਮਾਰੇ ਜਾਂਦੇ। ਮੇਨ ਚੀਜ਼ ਇਹੀ ਹੈ। ਚਲੋ ਹੁਣ ਆਪਾਂ ਪੰਜਾਬ ਦੀ ਧਰਤੀ ਤੇ ਆਉਨੇ ਆ। ਪੰਜਾਬ ਦੇ ਦੋ ਮਸਲੇ ਲੈ ਕੇ ਫਿਰ ਆਪਾਂ ਵਾਈਂਡ ਅਪ ਕਰਾਂਗੇ। ਜੀ। ਇੱਕ ਤਾਂ ਹੈ ਕਿ ਮੀਂਹ ਦਾ ਜੋ ਸਾਰਾ ਮੰਜ਼ਰ ਬਣਿਆ ਹੋਇਆ ਹੈ, ਜੋ ਕਣਕ ਦਾ ਹਾਲ ਹੈ, ਵਾਢੀ ਵੀ ਪਿੱਛੇ ਪਾ ਨੇੜੇ ਆ ਰਹੀ, ਵਾਢੀ ਆ ਰਹੀ ਹੈ। ਪਤਾ 15 ਤਰੀਕ ਤੋਂ ਬਾਅਦ ਕਹਿ ਰਹੇ ਨੇ, ਕਿਉਂਕਿ ਧੁੱਪਾਂ ਨਿਕਲਣਗੀਆਂ, ਮੌਸਮ ਵਿਭਾਗ ਕਹਿੰਦਾ ਹੈ। ਔਰ ਫਸਲ ਜਿਹੜੀ ਹੈ ਥੱਲੇ ਲੰਮੀ ਪੈ ਚੁੱਕੀ ਹੈ, ਇੰਨੀ ਬਾਰਿਸ਼ ਪਈ ਹੈ, ਔਰ ਅੱਜ ਸਵੇਰੇ ਵੀ ਬਾਰਿਸ਼ ਕਾਫੀ ਪਈ ਹੈ। ਔਰ ਇਸ ਕਰਕੇ ਕੁਆਲਿਟੀ ਤੇ ਵੀ ਅਸਰ ਪਏਗਾ ਕਣਕ ਦੀ, ਦੇ ਦਾਣਾ ਵੀ ਕਾਲਾ ਪੈ ਸਕਦਾ ਹੈ। ਇਹ ਵੀ ਗੱਲਾਂ ਹੋਈਆਂ ਨੇ। ਤਾਂ ਕੇਂਦਰ ਵੱਲੋਂ ਝਟਕਾ ਕਿ ਉਹਨਾਂ ਨੂੰ ਪੂਰਾ ਮੁੱਲ ਨਹੀਂ ਮਿਲੇਗਾ। ਮੁਆਵਜ਼ਾ ਜ਼ਰੂਰ ਡਿਕਲੇਅਰ ਕੀਤਾ ਹੈ ਪੰਜਾਬ ਸਰਕਾਰ ਨੇ, ਔਰ ਮੁਆਵਜ਼ੇ ਦੀ ਰਾਸ਼ੀ ਵੀ ਵਧਾ ਦਿੱਤੀ ਹੈ ਪ੍ਰਤੀ ਏਕੜ, ਪਰ ਜਿਹੜਾ ਮੁੱਲ ਉਹਨਾਂ ਨਹੀਂ ਮਿਲੇਗਾ ਕਿਉਂਕਿ ਕੁਆਲਿਟੀ ਨਹੀਂ ਹੈ। ਤਾਂ ਇਹ ਸਾਰੀਆਂ ਹੁਣ ਗੱਲਾਂ ਕਿਸਾਨ ਨੂੰ ਮਾਰ ਪੈ ਰਹੀ ਹੈ, ਔਰ ਨਾਲ ਖੁਰਾਕ ਦੀ ਕਮੀ, ਔਰ ਇਹ ਵੀ ਖਦਸ਼ਾ ਪੈਦਾ ਹੋ ਰਿਹਾ ਕਿ ਇਹ ਪੂਰਤੀ ਕਿੱਦਾਂ ਕਰਨੀ ਹੈ ਜੇ ਕਣਕ ਵੇਸਟ ਹੋ ਜਾਂਦੀ ਹੈ। हाँ देखो, किसान को ना दो फसलां होंदियां मेन मुख्य फसलां जड़ियां साउणी ते हाड़ी। ते साउणी च झोना ते कणक आ जांदी, झोना आ जांदा ते मक्की आ जांदी है। ते हाड़ी दे विच आ जिहड़ी इस वेले विसाखी ते जिहड़े ढोल वजने ते सारा कुछ कणकां कट्टियां जाणियां सी, कबाइनां चलणियां सीगीआं। पर ये सारियां उम्मीदां ते जिहड़ी आफत आ गई आ मींह दी, ਉਹਨੇ ਸਾਰਿਆਂ 'ਤੇ ਪਾਣੀ ਫੇਰ ਦਿੱਤਾ। ਕਣਕਾਂ ਇਸ ਵੇਲੇ ਲੰਮੀਆਂ ਪਈਆਂ, ਵਿਛੀਆਂ ਪਈਆਂ। ਜਦੋਂ ਸਿੱਟਾ ਥੱਲੇ ਲੱਗਦਾ ਮਿੱਟੀ 'ਤੇ ਤਾਂ ਉਹਦੇ ਦਾਣੇ ਉਂਗਰ ਆਉਂਦੇ, ਫਿਰ ਉਹ ਪੁੰਗਰ ਕੇ ਉਹਦੇ ਵਿੱਚ ਉਹ ਜਿਹੜੀ ਬੀਜਣ ਵਾਲੀ ਜਾਂ ਖਾਣ ਵਾਲੀ ਤਾਕਤ ਨਹੀਂ ਰਹਿੰਦੀ, ਉਹ ਸਾਰੀ ਵਿਅਰਥ ਹੋ ਜਾਂਦੀ ਆ। ਇੱਕ ਉਹਨੂੰ ਕਿਤੇ ਕੱਲ੍ਹ ਦਾ ਬੀਜ ਜੇ ਰੱਖਣਾ ਹੋਗਾ ਤਾਂ ਬੀਜ ਨਹੀਂ ਰੱਖ ਸਕਦੇ। ਦੂਜਾ ਹੈਗਾ ਕਿ ਤੂੜੀ ਤਾਂ ਬਣੂਗੀ ਚੰਗੀ, ਤੂੜੀ ਤਾਂ ਬਣੂਗੀ ਕਿਉਂਕਿ ਨਾੜ ਹੈਗਾ। ਦੂਜਾ ਹੈਗਾ ਕਮਾਈਨਾਂ ਨਹੀਂ ਚੱਲਣਗੀਆਂ, ਉਹਨੂੰ ਹੱਥ ਨਾਲ ਕੱਟਿਆ ਜਾਊਗਾ, ਹੱਥ ਨਾਲ ਕੱਟ ਕੇ ਫਿਰ ਉਹਨੂੰ ਮਸ਼ੀਨਾਂ 'ਤੇ ਗਾਹਿਆ ਜਾਊਗਾ। ਫਿਰ ਇਹਦਾ ਤਾਂ ਰੇਟ ਸਹੀ ਨਹੀਂ ਮਿਲਣਾ। ਜੋ ਕੁਛ ਬਾਰਦਾਨਾ ਆ ਜਾਂਦਾ, ਬਾਰਦਾਨੇ ਤੋਂ ਬਾਅਦ ਉਹਦੀ ਬੋਲੀ ਹੁੰਦੀ ਹੈ। ਬੋਲੀ ਦਾ ਰੇਟ ਜਿਹੜਾ ਸੈਂਟਰ ਨੇ ਨਿਯਤ ਕਰਨਾ, ਉਹ ਅਜੇ ਤੱਕ ਨਹੀਂ ਹੋਇਆ ਕੀ ਕੁਛ ਹੋਣਾ ਉਹਦੇ 'ਚ। ਦੂਜਾ ਹੈਗਾ ਕਿ ਪੰਜਾਬ ਸਰਕਾਰ ਨੇ ਤਾਂ ਕਰ ਦਿੱਤਾ 12,000 ਪ੍ਰਤੀ ਏਕੜ ਤੋਂ, ਇਹਨਾਂ ਨੇ 25% ਵਧਾ ਕੇ 15,000 ਕਰ ਦਿੱਤਾ। ਪਰ ਕਿਸਾਨ ਨਾ ਖੁਸ਼ ਆ, ਉਹ ਚਾਹੁੰਦੇ ਨੇ ਕਿ ਸਾਨੂੰ ਪੈਸੇ ਇਹ ਤੋਂ ਜ਼ਿਆਦਾ ਮਿਲਣੇ ਚਾਹੀਦੇ ਆ, ਕਿਉਂਕਿ ਸਾਡੇ ਕੋਲ ਨੁਕਸਾਨ ਇੰਨਾ ਜ਼ਿਆਦਾ ਹੋ ਗਿਆ। ਤੀਜੀ ਗੱਲ ਹੈ ਕਿ ਗੜੇ ਵੀ ਪਏ ਆ। ਜਦੋਂ ਗੜਾ ਪੈਂਦਾ ਨਾ ਸਿੱਟੇ 'ਤੇ, ਸਿੱਟਾ ਭੁਰ ਜਾਂਦਾ, ਡਿੱਗ ਪੈਂਦਾ, ਉਹਦੇ ਵਿੱਚ ਜਿਹੜਾ ਝਾੜ ਨਹੀਂ ਰਹਿੰਦਾ, ਨਾੜ ਹੀ ਰਹਿ ਜਾਂਦਾ। ਔਰ ਉਹ ਕਣਕ ਖੜੀ 'ਤੇ ਜੇ ਆ ਕੇ ਪੈਂਦਾ ਨਾ, ਗੜੇ ਪੈਂਦੇ ਆ, ਗੋਲ ਗੋਲ ਬਰਫੀ ਡਿੱਗਦੀ ਆ, ਉਹਦੇ ਨਾਲ ਝਾੜ ਖਤਮ। ਔਰ ਇਸ ਤਰ੍ਹਾਂ ਦੀ ਇਹ ਜਿਹੜਾ ਸਾਰੀਆਂ ਉਮੀਦਾਂ ਕਿਸਾਨਾਂ ਦੀਆਂ ਢੇਰੀ ਹੋ ਗਈਆਂ।
ਮਿੱਟੀ 'ਚ ਮਿਲ ਗਈਆਂ ਤੇ ਉਹਨਾਂ ਨੂੰ ਤਾਂ ਪਤਾ ਸੀ ਵੀ ਅਸੀਂ ਇਹਦੇ ਵਿੱਚ ਐਤਕੀ ਆਮਦਨ ਚੌਖੀ ਲਵਾਂਗੇ ਔਰ ਉਹਦੇ 'ਚ ਜਿਹੜਾ ਸਮਰਥਨ ਮੁੱਲ ਆ ਕਿੰਨਾ ਕੁ ਹੋ ਜਾਊਗਾ ਔਰ ਉਹ ਇਹ 60% ਜਿਹੜਾ ਪੰਜਾਬ ਹੀ ਸੈਂਟਰ ਨੂੰ ਦਿੰਦਾ 100 ਦੇ ਵਿੱਚੋਂ 60 ਬੋਰੀਆਂ ਇਕੱਲਾ ਪੰਜਾਬ ਦਿੰਦਾ ਪੂਰੇ ਭਾਰਤ ਨੂੰ ਔਰ ਉਹ ਝੋਨੇ ਦੀਆਂ ਬੋਰੀਆਂ ਵੀ ਜਿਹੜੀਆਂ 60 ਬੋਰੀਆਂ ਦਿੰਦਾ ਬਾਕੀ ਦੇਖ ਲਓ ਜਿੰਨੇ ਪ੍ਰਦੇਸ਼ ਆ ਉਹਨਾਂ 'ਚੋਂ ਇਹ ਨਹੀਂ ਆਉਂਦਾ ਹਿਮਾਚਲ ਕੋ ਤਾਂ ਆਪਣੇ ਖਾਣ ਜੋਗੀ ਕਣਕ ਹੁੰਦੀ ਮਸਾਂ ਹਰਿਆਣਾ ਥੋੜ੍ਹਾ ਦਿੰਦਾ ਪਰ ਆਪਣੇ ਤੋਂ ਜ਼ਿਆਦਾ ਨਹੀਂ ਬਾਕੀ ਜਿਹੜੇ ਮੱਧ ਪ੍ਰਦੇਸ਼ ਹੈ ਯੂਪੀ ਆ ਉਹਦੇ 'ਚ ਇੰਨੇ ਝਾੜ ਦੀ ਕਣਕ ਨਹੀਂ ਹੁੰਦੀ ਜਦੋਂ ਦੀ ਮੈਕਸੀਕਨ ਕਣਕ ਆਈ ਸੀਗੀ ਉਸ ਤੋਂ ਬਾਅਦ ਝਾੜ ਵਧੇਰੇ ਹੋ ਗਿਆ ਸੀਗਾ ਖਾਦਾਂ ਵੀ ਪਾਉਂਦੇ ਸੀਗਾ ਔਰ ਸਾਰਾ ਕੁਝ ਸੀਗਾ ਐਤਕੀ ਜਿਹੜੇ ਆਫਤ ਜਦੋਂ ਆਂਦੇ ਆ ਜਾਂਦੀ ਹੈ ਨਾ ਉਹਦੇ 'ਤੇ ਮਾੜੀ ਹਾਲਤ ਹੋ ਜਾਂਦੀ ਹੈ ਕਿਸਾਨਾਂ ਦੀ ਔਰ ਇਹਨਾਂ ਨੇ ਕਿਹਾ ਸੀ ਇੱਕ ਵਾਰੀ ਵੀ ਸਟੈਂਡਿੰਗ ਕ੍ਰੌਪ ਜਿਹੜੀ ਇਹਦਾ ਬੀਮਾ ਕਰਾਂਗੇ ਖੜੀਆਂ ਫਸਲਾਂ ਦਾ ਉਹ ਵੀ ਅਜੇ ਤੱਕ ਬੀਮਾ ਨਹੀਂ ਹੋਇਆ ਤਾਂ ਕਿ ਉਹਨਾਂ ਨੂੰ ਚਾਹੀਦਾ ਸੀ ਕਾਰਡ ਦੇ ਦਿੰਦੇ ਕਿਸਾਨਾਂ ਨੂੰ ਕਾਰਡ ਦੇ ਕੇ ਪਤਾ ਲੱਗ ਜਾਂਦਾ ਵੀ ਆਹ ਕਿਸਾਨ ਦੇ ਆ ਗਿਆ ਹੁਣ ਖਨਾ ਜੀ ਗਰਦੌਰੀ ਹੋ ਗਈ ਹੈ ਉਹਦੀ ਫਰਿਸ਼ਤ ਬਣ ਗਈ ਆ ਫਰਦਾਂ ਬਣ ਗਈਆਂ ਹੁਣ ਇਹਨਾਂ ਨੇ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਵਿਸਾਖੀ ਦੇ ਦਿਨ ਤੋਂ ਅਸੀਂ ਸ਼ੁਰੂ ਕਰ ਦਾਂਗੇ ਸਾਰਿਆਂ ਨੂੰ ਪੈਸਾ ਤਹਿਸੀਲਦਾਰਾਂ ਨੂੰ ਹੁਕਮ ਹੋ ਗਏ ਸੀ ਪਟਵਾਰੀਆਂ ਨੂੰ ਹੋ ਗਏ ਨਾਇਬ ਤਹਿਸੀਲਦਾਰਾਂ ਨੂੰ ਹੋ ਗਏ ਕਾਨੂੰਗੋ ਨੂੰ ਸਾਰਿਆਂ ਨੂੰ ਕਿ ਜਲਦੀ ਤੋਂ ਜਲਦੀ ਇਹ ਨਿਪਟਾਰਾ ਕਰਕੇ ਕਿਸਾਨਾਂ ਦਾ ਲੇਖਾ ਜੋਖਾ ਕਰ ਦਿਓ ਕਿ ਕਿਹਨੂੰ ਪੈਸੇ ਚਾਹੀਦੇ ਆ ਪਰ ਕਿਸਾਨ ਨਾਖੁਸ਼ ਨੇ ਕੱਲ੍ਹ ਬਟਾਲੇ ਵਿੱਚ ਜਾ ਕੇ ਇਹਨਾਂ ਨੇ ਉੱਥੇ ਅੰਦੋਲਨ ਸ਼ੁਰੂ ਕਰ ਦਿੱਤਾ ਬਹੁਤ ਗੱਡੀਆਂ ਰੋਕੀਆਂ ਕਿਉਂਕਿ ਇੱਕ ਗੰਨੇ ਦਾ ਬਕਾਇਆ ਨਹੀਂ ਮਿਲ ਰਿਹਾ ਦੂਜਾ ਸੀਗਾ ਕਣਕ ਦਾ ਜਿਹੜਾ ਇਸ ਵੇਲੇ ਰੇਟ ਸੀਗਾ ਔਰ ਕਣਕ ਦਾ ਨਿਯਤ ਜਿਹੜਾ ਮੁਆਵਜ਼ਾ ਸੀਗਾ ਉਹ ਵੀ ਉਹਨਾਂ ਨੇ ਕਿਹਾ ਵੀ ਸਾਨੂੰ ਪੂਰਾ ਨਹੀਂ ਮਿਲਿਆ ਔਰ ਇਹ ਸਾਰਾ ਕੁਝ ਕਿਸਾਨ ਦੇ ਸਿਰ ਤੇ ਵਿਚਾਰਿਆਂ ਦੇ ਭਾਂਡਾ ਭਾਂਦੇ ਕਿ ਇਹਨਾਂ ਨੂੰ ਪੂਰਾ ਕਰਨਾ ਹੋਗਾ ਇਹ ਕਰਨਗੇ ਕਿਉਂਕਿ ਤੂੜੀ ਜਿਹੜੀ ਆ ਵੀ ਬਹੁਤ ਮਹਿੰਗੀ ਹੁੰਦੀ ਹੈ ਔਰ ਦੁੱਧ ਦੀ ਪੈਦਾਵਾਰ ਪੰਜਾਬ 'ਚ ਉਹ ਨਹੀਂ ਰਹਿ ਗਈ ਜਿੰਨੀ ਪਹਿਲਾਂ ਹੁੰਦੀ ਸੀ ਨਾ ਤਾਂ ਡੇਅਰੀਆਂ ਰਹਿ ਗਈਆਂ ਤੇ ਨਾ ਇਹਦੇ ਵਿੱਚ ਕੋਈ ਪਸ਼ੂ ਪਾਲਣ ਦਾ ਕੋਈ ਕਿੱਤਾ ਰਹਿ ਗਿਆ ਲੋਕਾਂ ਕੋਲ ਜਦੋਂ ਪੱਠੇ ਨਹੀਂ ਬਹੁਤੇ ਹੁੰਦੇ ਜਦੋਂ ਕਣਕ ਦੀ ਤੂੜੀ ਉਨੀ ਨਹੀਂ ਹੁੰਦੀ ਜਾਂ ਉਹਦੇ ਵਿੱਚ ਹੁਣ ਜਿਹੜੀ ਕਣਕ ਐਤਕੀ ਕਣਕ ਜਦੋਂ ਹੁੰਦੀ ਸੀ ਖੜੀ ਇਹਨਾਂ ਕੰਬਾਈਨਾਂ ਕਟਾ ਦੇਣੀ ਸੀ ਦਾਣੇ ਵੱਖਰੇ ਕਰ ਲੈਣੇ ਸੀ ਤੂੜੀ ਜਿਹੜੀ ਆ ਬਾਅਦ 'ਚ ਨਾੜ ਤੋਂ ਬਣਦੀ ਉਹ ਹੁਣ ਤੂੜੀ ਵੀ ਨਹੀਂ ਚੁੱਕ ਸਕਦੀ ਤੂੜੀ ਜਦੋਂ ਨਾੜ ਨਹੀਂ ਇਹਨੂੰ ਚੁੱਕ ਸਟੈਂਡਿੰਗ ਕ੍ਰੌਪ ਨੂੰ ਫੜਦੀ ਹੈ ਜਦੋਂ ਫਸਲ ਡਿੱਗ ਪਈ ਉਦੋਂ ਨੇ ਕੰਬਾਈਨ ਨਹੀਂ ਫੜ ਸਕਦੀ ਔਰ ਇਹ ਸਾਰਾ ਕੁਝ ਜਿਹੜਾ ਨੁਕਸਾਨ ਹੈ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਹੋ ਗਿਆ ਕਿਉਂਕਿ 60 ਬੋਰੀਆਂ ਜਾਣੀਆਂ ਸੀ ਇੱਥੋਂ ਜਦੋਂ 60 ਬੋਰੀਆਂ ਨਹੀਂ ਜਾਣਗੀਆਂ ਤੇ ਕਣਕ ਫਿਰ ਮਹਿੰਗੀ ਹੋ ਗਈ ਕਣਕ ਮਹਿੰਗੀ ਹੋਣ ਤੋਂ ਬਾਅਦ ਸਾਰੇ ਫਿਰ ਗਰੀਬ ਭੁੱਖੇ ਮਰਨਗੇ ਗਰੀਬਾਂ ਦੇ ਆ ਕੇ ਸਾਰਾ ਕੁਝ ਹੁੰਦਾ ਗਰੀਬੀ ਤਾਂ ਦੂਰ ਹੋਣੀ ਨਹੀਂ ਇੰਡੀਆ ਦੀ ਸੋ ਜਾਂਦੇ ਜਾਂਦੇ ਟੱਚ ਕਰਕੇ ਨਿਕਲ ਜਾਂਦੇ ਆ ਜੀ ਹਾਈ ਕਮਾਨ ਕਹਿੰਦੀ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਕਰਨਾਟਕ ਭੇਜ ਦਿੱਤਾ ਜਾਵੇ ਹਾਂ ਇਹ ਜਦੋਂ ਆਏ ਆ ਨਾ ਉੱਥੋਂ ਜੇਲ੍ਹ ਤੋਂ ਛੁੱਟ ਕੇ ਇਹਨਾਂ ਨੇ 10 ਕੁ ਮਹੀਨੇ ਜੇਲ੍ਹ ਕੱਟੀ ਉੱਥੇ ਔਰ ਉਦੋਂ ਬਾਅਦ ਇਹਨਾਂ ਦੀ ਵੈਲਕਮ ਲਈ ਸਾਰੇ ਉੱਥੇ ਖੜ ਗਏ ਔਰ ਬਹੁਤ ਲੋਕ ਆਏ ਪਰ ਇਹਨਾਂ ਨੂੰ ਹਾਈ ਕਮਾਂਡ ਨੇ ਰਾਹੁਲ ਗਾਂਧੀ ਜੀ ਨੇ ਉਹਨਾਂ ਨੇ ਸਾਰਿਆਂ ਨੇ ਕਹਿਤਾ ਕਿ ਕਰਨਾਟਕ ਦੀ ਇਲੈਕਸ਼ਨ ਹੋਣ ਵਾਲੀ ਹੈ ਉੱਥੇ ਜਾਣਗੇ ਉੱਥੇ ਫਿਰ ਇਹ ਲੋਕਾਂ ਨੂੰ ਸੰਬੋਧਨ ਕਰਨਗੇ ਜਿਸ ਤਰ੍ਹਾਂ ਅੱਗੇ ਕਰ ਦਿੰਦੇ ਸੀ ਬੁਲਾਰੇ ਅੱਛੇ ਆ ਓਰੇਟਰ ਅੱਛੇ ਆ ਸਾਰਾ ਕੁਝ ਇਹਨਾਂ ਦਾ ਵਧੀਆ ਹੈਗਾ ਪਰ ਅੱਜ ਦੇ ਦਿਨ ਇਹ ਬਲਕੌਰ ਸਿੰਘ ਤੇ ਉੱਥੇ ਸਿੱਧੂ ਮੂਸੇਵਾਲਾ ਦੇ ਘਰ ਬੈਠੇ ਨੇ ਮਾਨਸਾ ਉੱਥੇ ਗਏ ਉਹਨਾਂ ਨਾਲ ਅਫਸੋਸ ਕਰ ਲਈ ਕਿਉਂਕਿ ਉਹਨਾਂ ਨੂੰ ਮਿਲ ਨਹੀਂ ਸਕੇ ਜਦੋਂ ਇਲੈਕਸ਼ਨ ਹੋਈ ਸੀ ਸਿੱਧੂ ਮੂਸੇਵਾਲੇ ਨੂੰ ਇਲੈਕਸ਼ਨ ਲਈ ਇਹਨਾਂ ਨੇ ਪ੍ਰੇਰਿਤ ਕੀਤਾ ਸੀ ਆਪ ਖੁਦ ਲੈ ਕੇ ਆਏ ਸੀ ਔਰ ਇਹਨਾਂ ਨੇ ਭਗਵੰਤ ਮਾਨ ਨੂੰ ਕਹਿ ਦਿੱਤਾ ਕਿ ਅੱਗੇ ਤਾਂ ਇੱਕ ਸਿੱਧੂ ਨਾਲ ਹੀ ਕੁਝ ਹੋ ਗਿਆ ਹੁਣ ਤੁਸੀਂ ਮੇਰੇ ਤਾਂ ਮੁੱਖ ਮੰਤਰੀ ਜੇ ਪਰ ਇਹ ਤੋਂ ਬਾਅਦ ਮੇਰੇ ਨਾਲ ਨਾ ਇਹਨਾਂ ਨਾਲ ਕੁਝ ਹੋ ਜੇ ਔਰ ਇਹ ਇਸ ਵੇਲੇ ਇਲੈਕਸ਼ਨ ਦੇ ਲਈ ਪ੍ਰੀਚ ਕਰ ਲਈ ਫਿਰ ਦੁਬਾਰਾ ਉੱਥੇ ਕਰਨਾਟਕ ਪਹੁੰਚ ਰਹੇ ਯੈਸ ਹੋ ਸਕਦਾ ਫਿਰ ਤੋਂ ਉਹੀ ਗੱਲਾਂ ਸੁਣਨ ਨੂੰ ਮਿਲਣ ਸਰ ਖੜਾਕ ਵਾਹੀ ਤਾੜੀ ਹਾਂ ਸਾਰਾ ਕੁਝ ਠੋਕੋ ਤਾਲੀ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ।